रे पछतायो। तत विचार ए है मथुरा, जग तारन को अवतार बनायो। जप्यो जिन अर्जन देव गुरु, फिर संकट जोन गर्भ न आयो। सतनाम श्री वाहिगुरु साहिब जी। सूही महला पंजवा। उमक्यो हियो मिलन प्रभ ताई, खोजत चरियो देखियो प्रजाई। उमक्यो हियो मिलन प्रभ ताई, खोजत चरियो देखियो प्रजाई। सुनत संदेसरो प्रै ग्रह सेज विषाई। भ्रम भ्रम आयो तो नदर न पाई। किन बिद हियरो धीरै निमाणो, मिल साजन हों तुझ कुर्बानो। रहाओ एका सेज विशी धन कंता, धन सूती पिर सद जागंता। पियो मदरो धन मतवंता, धन जागै जे पिर बोलंता। भई निरासी बहुत दिन लागे, देश देशांतर मैं सगले झागे। खिन रहन न पावो बिन पग पागे, होए कृपाल प्रभ मिलै सुभागे। भयो कृपाल सत संग मिलाया, बूझी तपत घरै फिर पाया। सगल शिंगार हुण मुझै सुहाया, कहो नानक गुर भरम चुकाया। जै देखां तह पिर है भाई,
ਖੋਲਿਓ ਕਪਾਟ, ਤਾਂ ਮਨ ਠਹਿਰਾਈ। ਜੈ ਦੇਖਾਂ ਤੈਂ ਪਿਰ ਹੈ ਭਾਈ, ਖੋਲਿਓ ਕਪਾਟ ਤਾਂ ਮਨ ਠਹਿਰਾਈ। ਰਹਾਉ ਦੂਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਗੁਰਤਾ ਗੱਦੀ ਤੇ ਸੁਭਾਏਮਾਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਮੁਬਾਰਕ ਮੁਕੱਦਸ ਗੋਦ ਅੰਦਰ ਬੈਠ ਅੰਮ੍ਰਿਤ ਵੇਲੇ ਦੇ ਸਜੇ ਹੋਏ ਦੀਵਾਨਾਂ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਇਲਾਹੀ ਗੁਰਬਾਣੀ ਨਾਲ ਜੁੜ ਕਰਕੇ ਜੀਵਨ ਦੀਆਂ ਮਿਲੀਆਂ ਘੜੀਆਂ ਨੂੰ ਸਫਲਾ ਕਰ ਰਹੇ ਪਰਮ ਸਨਮਾਨਯੋਗ ਸਤ ਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਅਪਾਰ ਕਿਰਪਾ ਹੋਈ ਹੈ। ਦਾਸਰੇ ਤੋਂ ਪਹਿਲਾਂ ਇਸ ਪਾਵਨ ਅਸਥਾਨ ਦੇ ਹਜੂਰੀ ਰਾਗੀ ਜਥੇ ਪਾਸੋਂ ਆਪ ਸਮੂਹ ਸੰਗਤਾਂ ਨੇ ਆਸਾ ਕੀ ਵਾਰ ਦਾ ਕੀਰਤਨ ਬੜੇ ਪਿਆਰ ਦੇ ਨਾਲ ਸਰਵਣ ਕੀਤਾ ਹੈ। ਸਮਾਂ ਹੈ ਇਸ ਪਾਵਨ ਅਸਥਾਨ ਤੋਂ ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਵਾਨ ਹੋ ਕਰਕੇ ਜੋ ਪਾਵਨ ਮੁਖ ਵਾਕ ਬਖਸ਼ਿਸ਼ ਕੀਤਾ ਹੈ, ਤਿਸ ਦੀ ਵਿਚਾਰ ਦਾ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਸੂਹੀ ਰਾਗ ਦੇ ਅੰਦਰ ਪੰਚਮ ਗੁਰਦੇਵ ਪਿਤਾ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਧੰਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੁਆਰਾ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਸ਼ਬਦ, ਜੋ ਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 737 ਅਤੇ 38 ਤੇ ਸੁਭਾਏਮਾਨ ਹੈ, ਸਾਨੂੰ ਮੁੱਖ ਵਾਕ ਦੇ ਰੂਪ ਵਿੱਚ ਬਖਸ਼ਿਸ਼ ਕੀਤਾ ਹੈ। ਆਓ ਕੁਝ ਸਮਾਂ ਇਸ ਪਾਵਨ ਸ਼ਬਦ ਦੀ ਵਿਚਾਰ ਦੇ ਨਾਲ ਸਾਂਝ ਪਾਈਏ ਜੀ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਾਰੀ ਹੀ ਸੰਗਤ ਰਸਨਾ ਪਵਿੱਤਰ ਕਰੋ। ਬੜੇ ਪਿਆਰ ਦੇ ਨਾਲ ਜਪੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਗੁਰਬਾਣੀ ਵਿੱਚ ਸਾਨੂੰ ਸਤਿਗੁਰੂ ਜੀ ਨੇ ਇਹ ਗੱਲ ਬਹੁਤ ਵਾਰੀ ਦ੍ਰਿੜ ਕਰਾਈ ਹੈ ਕਿ ਜੀਵ ਪਰਮਾਤਮਾ ਕੋਲੋਂ ਸੰਸਾਰ ਵਿੱਚ ਆਇਆ, ਪਰ ਇਹ ਮਨੁੱਖਾ ਜੀਵਨ ਸਾਨੂੰ ਮਿਲਿਆ ਹੈ ਪਰਮਾਤਮਾ ਨੂੰ ਮਿਲਣ ਦੇ ਲਈ, ਉਸ ਵਿੱਚ ਇੱਕ ਮਿਕ ਹੋਣ ਦੇ ਲਈ। ਵਿਛੜੇ ਹਾਂ ਤੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਜੀ ਕਿਰਪਾ ਕਰੋ ਸਾਡਾ ਵਿਛੜਿਆਂ ਦਾ ਮਿਲਾਪ ਹੋ ਜਾਏ, ਕਿਉਂਕਿ ਜੇ ਵਿਛੋੜਾ ਵਿਛੋੜਾ ਰਹਿ ਜਾਏ ਤੇ ਉਸ ਵਰਗਾ ਦੁੱਖ ਨਹੀਂ, ਪਰ ਜੇ ਵਿਛੋੜਾ ਮਿਲਾਪ ਵਿੱਚ ਬਦਲ ਜਾਏ ਤੇ ਉਸ ਵਰਗਾ ਸੁੱਖ ਨਹੀਂ। ਜਦੋਂ ਅਸੀਂ 12 ਮਾਹਾਂ ਦੀ ਬਾਣੀ ਨੂੰ ਪੜ੍ਹਦੇ ਹਾਂ
ਸਤਿਗੁਰੂ ਗੁਰਦੇਵ ਪਿਤਾ ਨੇ ਆਰੰਭ ਵਿੱਚ ਹੀ ਸਾਨੂੰ ਪਰਮਾਤਮਾ ਤੋਂ ਵਿਛੋੜੇ ਦੀ ਗੱਲ ਵੀ ਸਮਝਾਈ ਹੈ ਤੇ ਨਾਲ ਹੀ ਨਾਲ ਇੱਕ ਅਰਦਾਸ ਵੀ ਕੀਤੀ ਹੈ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਇਹ ਚੌ ਪ੍ਰਾਪਤੀ ਮਿਲਾਪ ਦੀ ਗੱਲ ਸਾਨੂੰ ਗੁਰਬਾਣੀ ਵਿੱਚੋਂ ਹੀ ਪ੍ਰਾਪਤ ਹੋਏ। ਤੇ ਨਾਲ ਹੀ ਨਾਲ ਗੁਰੂ ਨੇ ਇਹ ਵੀ ਦਰਜ ਕੀਤਾ ਕਿ ਐਸਾ ਨਹੀਂ ਕਿ ਮੈਂ ਮਿਲਾਪ ਲਈ ਕਾਰਜ ਨਹੀਂ ਕੀਤੇ, ਮੈਂ ਬੜੇ ਕਾਰਜ ਕੀਤੇ। ਚਾਰ ਕੁੰਟ ਦੈ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸ਼ਾਮ। ਮੈਂ ਹਰ ਦਿਸ਼ਾ ਵਿੱਚ ਭਟਕ ਕੇ ਵੇਖ ਲਿਆ, ਹਰ ਥਾਂ ਤੇ ਹਰ ਕਰਮ ਕਰਕੇ ਵੇਖ ਲਿਆ, ਪਰ ਹੇ ਪਰਮਾਤਮਾ ਜੀ, ਉੱਥੋਂ ਮੈਨੂੰ ਥਕਾਵਟ ਤਾਂ ਮਹਿਸੂਸ ਹੋਈ, ਉੱਥੋਂ ਨਿਰਾਸ਼ਾ ਤਾਂ ਪੱਲੇ ਪਈ, ਪਰ ਤੁਹਾਡਾ ਮਿਲਾਪ ਨਹੀਂ ਹੋਇਆ। ਮੈਨੂੰ ਹਾਰ ਕੇ ਆਪਣਾ ਆਪਾ ਤਿਆਗ ਕੇ ਤੁਹਾਡੀ ਸ਼ਰਨ ਵਿੱਚ ਆਉਣਾ ਪਿਆ। ਤੇ ਇਹ ਗੱਲ ਦੀ ਸੋਝੀ ਆਈ ਕਿ ਤੁਹਾਡੇ ਨਾਮ ਤੋਂ ਬਿਨਾਂ ਜ਼ਿੰਦਗੀ ਜਿਹੜੀ ਹੈ ਉਹ ਕਿਸੇ ਕੰਮ ਦੀ ਨਹੀਂ। ਪਰਮੇਸ਼ਰ ਦੀ ਯਾਦ ਤੋਂ ਬਿਨਾਂ ਮਿਲਿਆ ਮਨੁੱਖਾ ਜੀਵਨ ਐਵੇਂ ਹੈ ਜਿਵੇਂ ਗਾਂ ਘਰ ਵਿੱਚ ਬੰਧੀ ਹੋਵੇ, ਉਹਨੂੰ ਚੰਗੇ ਅਸੀਂ ਪੱਠੇ ਵੀ ਪਾਈਏ, ਖੁਰਾਕ ਵੀ ਦਈਏ, ਪਰ ਉਹ ਸਾਧ ਸੰਗਤ ਦੁੱਧ ਤੋਂ ਬਾਹਰੀ ਹੋਵੇ, ਦੁੱਧ ਤੋਂ ਬਗੈਰ ਹੋਵੇ, ਉਹ ਕਿਸੇ ਕੰਮ ਦੀ ਨਹੀਂ। ਫਸਲ ਜ਼ਿਮੀਂਦਾਰ ਬੀਜਦਾ ਹੈ, ਪਰ ਉਹ ਜ਼ਿਮੀਂਦਾਰ ਫਸਲ ਨੂੰ ਬੀਜ ਕੇ ਮੁੜ ਕਰਕੇ ਖੇਤੀ ਜਾਵੇ ਨਾ, ਪਾਣੀ ਦੀਆਂ ਬੂੰਦਾਂ ਉਸ ਬੀਜੇ ਹੋਏ ਬੀਜ ਨੂੰ ਨਾ ਪਾਈਆਂ ਜਾਣ ਤੇ ਉਹ ਮੁਰਝਾ ਜਾਂਦਾ ਹੈ, ਕੁਮਲਾ ਜਾਂਦਾ ਹੈ, ਤੇ ਜਿਹੜੀ ਫਸਲ ਸੜ ਜਾਏ ਉਹਦਾ ਕੋਈ ਮੁੱਲ ਨਹੀਂ ਪੈਂਦਾ। ਗੁਰੂ ਅਰਜਨ ਦੇਵ ਜੀ ਨੇ ਦੋਨੇ ਉਦਾਹਰਨਾਂ ਦਿੱਤੀਆਂ, ਕਿਹਾ ਧੇਨ ਦੁਧੈ ਤੇ ਬਾਹਰੀ, ਕਿਤੇ ਨਾ ਆਵੇ ਕਾਮ, ਜਲ ਬਿਨ ਸਾਖ ਕੁਮਲਾਵਤੀ, ਉਪਜੈ ਨਾਹੀ ਦਾਮ। ਜਿਸ ਤਰ੍ਹਾਂ ਗਾਂ ਦੁੱਧ ਤੋਂ ਬਾਹਰੀ ਕਿਸੇ ਕੰਮ ਦੀ ਨਹੀਂ, ਜਿਸ ਤਰ੍ਹਾਂ ਫਸਲ ਪਾਣੀ ਤੋਂ ਬਿਨਾਂ ਸੜ ਜਾਏ ਉਹਦਾ ਮੁੱਲ ਨਹੀਂ ਆਉਂਦਾ, ਉਸੇ ਤਰ੍ਹਾਂ ਪਿਆਰਿਓ, ਜਿਨ੍ਹਾਂ ਦੇ ਜੀਵਨ ਵਿੱਚ ਪਰਮੇਸ਼ਰ ਨਹੀਂ, ਪਰਮੇਸ਼ਰ ਦਾ ਨਾਮ ਨਹੀਂ, ਉਹਨਾਂ ਦੀ ਜ਼ਿੰਦਗੀ ਵੀ ਕਦੇ ਸ਼ਾਂਤ ਨਹੀਂ ਹੋ ਸਕਦੀ। ਹਰ ਨਾਹ ਨ ਮਿਲੀਐ ਸਾਜਨੇ, ਕਤ ਪਾਈਐ ਬਿਸਰਾਮ। ਕਿਵੇਂ ਜ਼ਿੰਦਗੀ ਅੰਦਰ ਟਿਕਾਏ, ਕਿਵੇਂ ਅੰਦਰ ਖੇੜਾ ਆਏਗਾ? ਕਿਉਂਕਿ ਜਿਸ ਮਾਲਕ ਨਾਲ ਜੁੜ ਕੇ ਸ਼ਾਂਤੀ ਮਿਲਣੀ, ਉਸ ਮਾਲਕ ਨਾਲ ਤਾਂ ਜੁੜਿਆ ਨਹੀਂ। ਬਾਹਰ ਦੀ ਭਟਕਣਾ ਕਦੇ ਵੀ ਜ਼ਿੰਦਗੀ ਨੂੰ ਮਾਲਕ ਦੇ ਨੇੜੇ ਨਹੀਂ ਕਰੇਗੀ। ਸਾਧ ਸੰਗਤ ਜਿਹੜਾ ਅੱਜ ਦਾ ਸ਼ਬਦ ਹੈ, ਉਹ ਸ਼ਬਦ ਸਾਨੂੰ ਮਿਲਾਪ ਵੱਲ ਤੋਰਦਾ ਹੈ। ਅੰਦਰ ਇੱਕ ਚਾਅ ਪੈਦਾ ਹੋਇਆ ਕਿ ਮੈਂ ਆਪਣੇ ਮਾਲਕ ਨੂੰ ਮਿਲਾਂ। ਮੈਂ ਬੇਨਤੀ ਕਰਾਂ, ਜਦੋਂ ਤੱਕ ਚਾਅ ਨਹੀਂ ਆਏਗਾ, ਜਦੋਂ ਤੱਕ ਪ੍ਰੀਤ ਪੈਦਾ ਨਹੀਂ ਹੋਏਗੀ, ਉਦੋਂ ਤੱਕ ਅਸੀਂ ਮਿਲਾਪ ਵੱਲ ਵੀ ਨਹੀਂ ਤੁਰਾਂਗੇ। ਆ ਕੁਝ ਦਿਨ ਪਹਿਲਾਂ ਦੇਸੀ ਮਹੀਨਿਆਂ ਅਨੁਸਾਰ ਅੱਸੂ ਦਾ ਮਹੀਨਾ ਆਰੰਭ ਹੋਇਆ। ਜਿਹੜਾ ਸ਼ਬਦ ਅੱਜ ਆਇਆ ਨਾ ਜੀ, ਉਹੀ ਗੱਲ ਸਤਿਗੁਰੂ ਨੇ ਉਸ ਮਹੀਨੇ ਦੇ ਵਿੱਚ ਵੀ ਕੀਤੀ। ਕਿਹਾ ਅਸੁਨ ਪ੍ਰੇਮ ਉਮਾਹੜਾ। ਮੇਰੇ ਅੰਦਰ ਵੀ ਉਹ ਪ੍ਰੇਮ ਦਾ ਉਮਾਹੜਾ, ਪ੍ਰੇਮ ਦਾ ਉਤਸ਼ਾਹ, ਪ੍ਰੇਮ ਅੰਦਰ ਉਛਾਲੇ ਮਾਰਦਾ ਹੈ। ਤੇ ਉਸ ਪ੍ਰੇਮ ਦੇ ਉਛਾਲੇ ਚੋਂ ਸਵਾਲ ਨਿਕਲਦਾ, ਕਿਉਂ ਮਿਲੀਏ ਹਰ ਜਾਏ। ਇੱਥੇ ਕਿਉਂ ਦਾ ਅਰਥ ਹੈ ਜੀ ਕਿਵੇਂ। ਮੈਂ ਕਿਵੇਂ ਉਸ ਵਾਹਿਗੁਰੂ ਨੂੰ ਮਿਲਾਂ? ਕਿਉਂਕਿ ਉਹਦੇ ਮਿਲਾਪ ਲਈ ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੇ ਮਾਏ। ਹੇ ਮੇਰੀ ਮਾਂ, ਮੇਰੇ ਮਨ ਵਿੱਚ, ਮੇਰੇ ਤਨ ਵਿੱਚ, ਦੋਨਾਂ ਵਿੱਚ ਹੀ ਪਿਆਸ ਹੈ ਉਸ ਪ੍ਰੀਤਮ ਪਿਆਰੇ ਨੂੰ ਮਿਲਣ ਦੀ। ਕੋਈ ਹੈ ਐਸਾ ਜਿਹੜਾ ਮੈਨੂੰ ਉਸ ਮਾਲਕ ਨਾਲ ਮਿਲਾ ਦੇ? ਤੇ ਨਾਲ ਹੀ ਜਵਾਬ ਹੈ ਜੀ,
ਧਿਆਨ ਕਰਿਓ, ਤੁਸੀਂ ਗੁਰਬਾਣੀ ਨੂੰ ਪੜ੍ਹੋ। ਗੁਰਬਾਣੀ ਵਿੱਚ ਜਿੱਥੇ ਸਤਿਗੁਰੂ ਨੇ ਸਵਾਲ ਪਾਏ ਨੇ, ਉੱਥੇ ਨਾਲ ਹੀ ਨਾਲ ਜਵਾਬ ਵੀ ਲਿਖ ਦਿੱਤੇ ਨੇ। ਮਿਲਣ ਦੀ ਤਾਂਘ ਹੈ, ਪਿਆਸ ਹੈ, ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੇ ਮਾਏ। ਹੇ ਗੁਰੂ ਮਾਂ, ਕੋਈ ਹੈ ਐਸਾ ਜਿਹੜਾ ਮਿਲਾ ਸਕੇ? ਤੇ ਜਵਾਬ ਸੀ, ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾਂ ਪਾਏ। ਪੁੱਤਰ, ਇੱਕ ਕੰਮ ਹੋ ਸਕਦਾ ਹੈ, ਜਿਹੜੇ ਰੱਬ ਦੇ ਪ੍ਰੇਮ ਵਿੱਚ ਭਿੱਜ ਕੇ ਰੱਬ ਨਾਲ ਮਿਲ ਚੁੱਕੇ ਨੇ, ਉਹ ਤੇਰੀ ਮਦਦ ਕਰ ਸਕਦੇ ਨੇ। ਆ ਤੁਸੀਂ ਰੋਜ਼ ਸੁਖਮਣੀ ਦੀ ਬਾਣੀ ਪੜ੍ਹਦੇ ਹੋਵੋਗੇ। ਸਤਿਗੁਰੂ ਜੀ ਨੇ ਸੁਖਮਣੀ ਦੇ ਪਹਿਲੇ ਪਦੇ ਦੀਆਂ ਅਖੀਰਲੀਆਂ ਪੰਕਤੀਆਂ 'ਚ ਗੱਲ ਆਖੀ, ਕਿਹਾ ਕਾਖੀ ਏਕੈ ਦਰਸ ਤੁਹਾਰੋ। ਕਾਖੀ ਸ਼ਬਦ ਦਾ ਅਰਥ ਹੁੰਦਾ ਮੈਂ ਚਾਹਵਾਨ ਹਾਂ ਵਾਹਿਗੁਰੂ ਤੇਰੇ ਦਰਸ਼ਨਾਂ ਨੂੰ, ਤੈਨੂੰ ਮਿਲਣ ਲਈ। ਕਾਖੀ ਏਕੈ ਦਰਸ ਤੁਹਾਰੋ। ਤੇ ਨਾਲ ਜਵਾਬ ਮਿਲਿਆ, ਜੀ ਮਿਲਣਾ ਕਿਵੇਂ ਫਿਰ? ਨਾਨਕ ਉਨ ਸੰਗ ਮੋਹੇ ਉਧਾਰੋ। ਉਨ ਸੰਗ ਕਿਹਨਾਂ ਦਾ ਸੰਗ? ਜਿਹੜੇ ਵਾਹਿਗੁਰੂ ਤੇਰੇ ਤੱਕ ਮਿਲ ਚੁੱਕੇ। ਜਦੋਂ ਜੋਗੀਆਂ ਨੇ ਗੁਰੂ ਨਾਨਕ ਨੂੰ ਪੁੱਛਿਆ ਸੀ ਨਾ ਕਿ ਨਾਨਕ ਤੂੰ ਦੁਨੀਆ ਵਿੱਚ ਘੁੰਮ ਰਿਹਾ, ਵਿਚਰ ਰਿਹਾ, ਅਸੀਂ ਪਰਬਤਾਂ ਪਹਾੜਾਂ ਤੇ ਇਸ ਲਈ ਚੜ੍ਹੇ ਆ ਕਿ ਸਾਨੂੰ ਰੱਬ ਮਿਲ ਜਾਏ। ਤੇਰਾ ਕੀ ਮਨੋਰਥ ਹੈ? ਤੂੰ ਕਿਉਂ ਆਇਆ ਪਰਬਤਾਂ ਪਹਾੜਾਂ ਵਿੱਚ ਰੱਬ ਨੂੰ ਮਿਲਣ ਲਈ? ਤੇ ਗੁਰੂ ਨਾਨਕ ਨੇ ਜਵਾਬ ਦਿੱਤਾ ਸੀ, ਕਹਿਣ ਲੱਗੇ, ਜੋਗੀ ਜਨੋ, ਮੈਂ ਪਰਮਾਤਮਾ ਨੂੰ ਮਿਲਣ ਨਹੀਂ ਆਇਆ, ਮੈਂ ਤਾਂ ਉਹਨਾਂ ਨੂੰ ਖੋਜਣ ਆਇਆ ਜਿਹੜੇ ਪਰਮਾਤਮਾ ਵਿੱਚ ਇੱਕ ਮਿੱਕ ਹੋ ਗਏ ਨੇ। ਗੁਰਮੁਖ ਖੋਜਤ ਭਏ ਉਦਾਸੀ। ਮੈਂ ਯਾਤਰਾ ਇਸ ਲਈ ਕਰ ਰਿਹਾ ਕਿ ਮੈਂ ਉਹਨਾਂ ਗੁਰਮੁਖਾਂ ਨੂੰ ਖੋਜ ਰਿਹਾ ਜਿਹੜੇ ਰੱਬ ਨਾਲ ਇੱਕ ਮਿੱਕ ਹੋ ਗਏ। ਤੇ ਗੁਰੂ ਨਾਨਕ ਜੀ ਨੇ ਨਾ ਪੂਰੇ ਇਸ ਹਿੰਦੁਸਤਾਨ ਵਿੱਚੋਂ ਉਹਨਾਂ 15 ਨੂੰ ਖੋਜਿਆ ਸੀ ਜਿਹੜੇ ਰੱਬ ਨਾਲ ਇੱਕ ਮਿੱਕ ਹੋ ਚੁੱਕੇ ਸਨ। ਜਿਨ੍ਹਾਂ 15 ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਔਰ ਉਹ ਸਨ ਜਿਹੜੇ ਮਾਲਕ ਨਾਲ ਇੱਕ ਮਿੱਕ ਹੋ ਚੁੱਕੇ ਸੀ। ਤੇ ਅਸੀਂ ਰੋਜ਼ ਅਰਦਾਸ ਵੀ ਜਦੋਂ ਕਰੀਏ ਨਾ, ਇਹੀ ਅਰਦਾਸ ਕਰਦੇ ਹਾਂ ਵੀ ਸੱਚੇ ਪਾਤਸ਼ਾਹ ਕਿਰਪਾ ਕਰੀ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਮਿਲਾਪ ਉਹਨਾਂ ਨਾਲ ਕਰਾਈ ਜਿਨ੍ਹਾਂ ਨੂੰ ਜਿਨ੍ਹਾਂ ਦੇ ਨਾਲ ਜੁੜ ਕੇ, ਜਿਨ੍ਹਾਂ ਕੋਲ ਬੈਠਿਆਂ, ਜਿਨ੍ਹਾਂ ਦੇ ਨਾਲ ਵਿਚਾਰਾਂ ਕੀਤਿਆਂ ਮੈਨੂੰ ਕੇਵਲ ਤੇ ਕੇਵਲ ਤੇਰੀ ਯਾਦ ਹਿਰਦੇ ਵਿੱਚ ਟਿਕ ਜਾਏ। ਸਤਿਗੁਰੂ ਕਹਿੰਦੇ ਨੇ ਮੇਰੇ ਅੰਦਰ ਚਾਉ ਪੈਦਾ ਹੋਇਆ, ਉਮ ਕਿਉ ਹੀਓ ਮਿਲਣ ਪ੍ਰਭ ਤਾਈ। ਮੇਰੇ ਅੰਦਰ ਉਹ ਛਾਲਾ ਪੈਦਾ ਹੋਇਆ, ਚਾਉ ਪੈਦਾ ਹੋਇਆ ਪਰਮਾਤਮਾ ਦੇ ਮਿਲਾਪ ਦਾ। ਖੋਜਤ ਚਰਿਓ ਦੇਖਿਓ ਪ੍ਰਹਿ ਜਾਈ। ਮੈਂ ਆਪਣੇ ਅੰਦਰੋਂ ਖੋਜ ਸ਼ੁਰੂ ਕੀਤੀ ਵੀ ਮੈਂ ਰੱਬ ਨੂੰ ਮਿਲਣਾ, ਪਰਮੇਸ਼ਰ ਨੂੰ ਮਿਲਣਾ। ਤੇ ਮੈਂ ਬੇਨਤੀ ਕਰਾਂ, ਜੇ ਮਾਲਕ ਨੂੰ ਮਿਲਣਾ ਚਾਹੁੰਦੇ ਹੋ, ਖੋਜ ਅੰਦਰ ਦੀ ਸ਼ੁਰੂ ਕਰੋ। ਬਾਹਰ ਦੀਆਂ ਖੋਜਾਂ ਤਾਂ ਅਸੀਂ ਬੜੀਆਂ ਕਰਦੇ। ਕਿਸੇ ਨੇ ਧਰਤੀ ਨੂੰ ਖੋਜਿਆ, ਧਰਤੀ ਥੱਲੋਂ ਵੀ ਬੜਾ ਕੁਝ ਮਿਲਿਆ। ਕਿਸੇ ਨੇ ਆਕਾਸ਼ ਖੋਜੇ, ਆ ਤੁਸੀਂ ਵੇਖਦੇ ਹੋ ਨਾ, ਕੋਈ ਚੰਦਰਯਾਨ ਬਣਾ ਕੇ ਉੱਤੇ ਪਹੁੰਚ ਚੁੱਕੇ ਆ ਆਪਾਂ, ਬੜਾ ਕੁਝ ਖੋਜ ਰਹੇ ਆ, ਉਹ ਬੜਾ ਕੁਝ ਮਿਲੇਗਾ ਵੀ। ਕਿਸੇ ਨੇ ਸਮੁੰਦਰ ਖੋਜੇ, ਬੜਾ ਕੁਝ ਮਿਲਿਆ। ਤੇ ਬਾਣੀ ਕਹਿੰਦੀ ਪੁੱਤਰ, ਬਾਹਰ ਦੀ ਖੋਜਾਂ ਦੇ ਨਾਲ ਪਦਾਰਥ ਮਿਲ ਸਕਦੇ ਨੇ, ਪਰਮਾਤਮਾ ਨਹੀਂ। ਜੇ ਪਰਮਾਤਮਾ ਨੂੰ ਖੋਜਣੇ ਤੇ ਆਪਣੇ ਅੰਦਰ ਨੂੰ ਖੋਜ। ਗੁਰੂ ਤੇਗ ਬਹਾਦਰ ਜੀ ਦੇ ਬਚਨ ਪੜ੍ਹਦੇ ਆ, ਸਤਿਗੁਰੂ ਕਹਿੰਦੇ ਨੇ ਕਾਹੇ ਰੇ ਬਨ ਖੋਜਨ ਜਾਈ। ਸਰਬ ਨਿਵਾਸੀ, ਜਿਹੜਾ ਸਾਰਿਆਂ 'ਚ ਵਸਿਆ ਹੈ ਨਾ, ਸਰਬ ਨਿਵਾਸੀ ਉਹ ਮਾਲਕ ਪਰਮੇਸ਼ਰ ਤੇਰੇ ਹਿਰਦੇ ਵਿੱਚ ਟਿਕਿਆ ਹੋਇਆ। ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਉਹ ਤੇਰੇ ਵਿੱਚ ਸਮਾਇਆ ਹੋਇਆ ਤੇ ਇੰਨਾ ਕੁ ਸਮਾਇਆ ਹੋਇਆ ਕਿ ਉਹਨੂੰ ਵੱਖ ਕੀਤੇ ਹੀ ਨਹੀਂ ਜਾ ਸਕਦਾ। ਪਹੁ ਭਮਦ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਸ਼ਾਈ, ਤੈਸੇ ਹੀ ਹਰ ਬਸੈ ਨਿਰੰਤਰ ਘਟ ਹੀ ਖੋਜੋ ਭਾਈ। ਪੁੱਤਰ ਜਿਵੇਂ ਸੀਸੇ ਵਿੱਚ ਪਰਛਾਈ ਵੇਖ ਆਪਣੀ,
ਪਰਛਾਈ ਤੈਨੂੰ ਦਿਸੇਗੀ ਜ਼ਰੂਰ, ਪਰ ਤੂੰ ਪਰਛਾਈ ਨੂੰ ਸੀਸੇ ਚੋਂ ਕੱਢ ਨਹੀਂ ਸਕਦਾ। ਫੁੱਲ ਤੈਨੂੰ ਦਿਸਦਾ ਹੈ, ਉਹਦੇ ਵਿੱਚ ਖੁਸ਼ਬੂ ਹੈ, ਖੁਸ਼ਬੂ ਨੂੰ ਫੁੱਲ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਉਵੇਂ ਸੱਜਣਾ ਤੇਰੇ ਅੰਦਰ ਉਹ ਪਰਮਾਤਮਾ ਹੈ, ਤੇਰੇ ਤੋਂ ਪਰਮਾਤਮਾ ਨੂੰ ਵੱਖ ਨਹੀਂ ਕੀਤਾ ਜਾ ਸਕਦਾ। ਉਹਨੂੰ ਆਪਣੇ ਅੰਦਰੋਂ ਖੋਜਿਆ ਕਰ। ਖੋਜਤ ਚਰਿਓ ਦੇਖਿਓ ਪਰੈ ਜਾਈ, ਸੁਣਤ ਸੰਦੇਸਰੋ। ਜਦੋਂ ਮੈਂ ਸੰਦੇਸ਼ਾ ਸੁਣਿਆ, ਜਦੋਂ ਮੈਂ ਬਾਣੀ ਕੋਲ ਆ ਕੇ ਸਿੱਖਿਆ ਲਈ, ਬਾਣੀ ਕੋਲ ਆ ਕੇ ਉਪਦੇਸ਼ ਦ੍ਰਿੜ ਕਰਾਇਆ, ਤੇ ਫਿਰ ਇੱਕ ਦਿਨ ਆਇਆ ਪ੍ਰੈਸ ਗ੍ਰਹਿ ਸੇਜ ਵਿਛਾਈ। ਮੈਨੂੰ ਪਤਾ ਚੱਲਿਆ ਕਿ ਜੇ ਮਾਲਕ ਨੂੰ ਮਿਲਣਾ ਤੇ ਮਾਲਕ ਦੇ ਨਾਮ ਨਾਲ ਜੁੜ। ਇੱਕ ਦਿਨ ਆਏਗਾ ਜਦੋਂ ਹਿਰਦੇ ਰੂਪੀ ਸੇਜਾ ਤੇ ਆ ਕੇ ਮੇਰਾ ਮਾਲਕ ਆ ਕੇ ਬੈਠ ਜਾਏਗਾ। ਇਤਿਹਾਸ ਦੀ ਇੱਕ ਬੜੀ ਪਿਆਰੀ ਘਟਨਾ ਹੈ। ਕਰਨਾਲ ਦੇ ਨੇੜੇ ਤਰਾਵੜੀ ਨਗਰ ਹੈ। ਉਸ ਤਰਾਵੜੀ ਨਗਰ ਦੇ ਵਿੱਚ ਇੱਕ ਧੋਬੀ ਦਾ ਕੰਮ ਕਰਨ ਵਾਲਾ ਦੇਵਾ ਰਾਮ ਰਹਿੰਦਾ। ਦੇਵਾ ਰਾਮ ਦੇ ਮਨ ਅੰਦਰ ਇੱਕ ਦਿਨ ਚੌ ਪੈਦਾ ਹੋਇਆ। ਇੰਨਾ ਚੌ ਪੈਦਾ ਹੋਇਆ ਕਿ ਨਦੀ ਦੇ ਕਿਨਾਰੇ ਕੱਪੜੇ ਧੋਂਦਿਆਂ ਹੋਇਆਂ ਮਨ ਵਿੱਚ ਉਮਾ ਪੈਦਾ ਹੋਇਆ ਕਿ ਜੇ ਗੁਰੂ ਨਾਨਕ ਭਾਈ ਲਾਲੋ ਦੇ ਘਰੇ ਕੋਧਰੇ ਦਾ ਪ੍ਰਸ਼ਾਦਾ ਛਕ ਸਕਦੇ ਨੇ, ਜੇ ਗੁਰੂ ਹਰਗੋਬਿੰਦ ਸਾਹਿਬ ਦੇ ਰੂਪ ਵਿੱਚ ਗੁਰੂ ਨਾਨਕ ਮਾਤਾ ਭਾਗ ਭਰੀ ਦਾ ਕਸ਼ਮੀਰ ਜਾ ਕੇ ਚੋਲਾ ਪਹਿਨ ਸਕਦੇ ਨੇ, ਤੇ ਗੁਰੂ ਤਾਂ ਗਰੀਬ ਨਵਾਜ ਹੈ। ਮੈਂ ਵੀ ਗੁਰੂ ਕੋਲ ਜਾਵਾਂ, ਜਾ ਕੇ ਬੇਨਤੀ ਕਰਾਂ ਵੀ ਸੱਚੇ ਪਾਤਸ਼ਾਹ ਕਦੇ ਸਾਡੇ ਘਰੇ ਵੀ ਚਰਨ ਪਾ। ਦੇਵਾ ਰਾਮ ਤਰਾਵੜੀ ਕਰਨਾਲ ਤੋਂ ਤੁਰਿਆ, ਜੋ ਯਥਾ ਸ਼ਕਤ ਸੀ ਉਹਨੇ ਲਈ। ਚੱਲਦਾ ਚੱਲਦਾ ਸ਼੍ਰੀ ਅਨੰਦਪੁਰ ਸਾਹਿਬ ਪਹੁੰਚਿਆ। ਜਦੋਂ ਅਨੰਦਪੁਰ ਸਾਹਿਬ ਪਹੁੰਚਿਆ, ਦੀਵਾਨ ਲੱਗਿਆ ਤੇ ਇਹਦੀ ਵਾਰੀ ਆਈ ਨਾ, ਇਹਨੇ ਜੋ ਯਥਾ ਸ਼ਕਤ ਸੀ ਭੇਟ ਕੀਤਾ। ਮਨ ਅੰਦਰੋਂ ਇੱਕ ਅਰਦਾਸ ਗੁਰੂ ਅੱਗੇ ਕੀਤੀ ਕਿ ਸੱਚੇ ਪਾਤਸ਼ਾਹ ਕਿਰਪਾ ਕਰੀ, ਰਹਿਮਤ ਕਰੀ। ਤੂੰ ਭਾਈ ਲਾਲੋ ਦੇ ਘਰੇ ਵੀ ਗਿਆ, ਮਾਤਾ ਭਾਗ ਭਰੀ ਦੇ ਘਰੇ ਵੀ ਗਿਆ। ਗੁਰੂ ਤੇਗ ਬਹਾਦਰ ਜੀ ਇੱਕ ਕਿਰਪਾ ਕਰੋ, ਕਦੇ ਮੇਰੇ ਘਰੇ ਵੀ ਚਰਨ ਪਾਓ। ਗੁਰੂ ਤੇਗ ਬਹਾਦਰ ਜੀ ਨੇ ਬੇਨਤੀ ਸੁਣੀ ਤੇ ਸਤਿਗੁਰੂ ਸੁਣ ਕੇ ਕਹਿਣ ਲੱਗੇ, ਦੇਵਾ ਰਾਮ ਤੇਰੇ ਘਰੇ ਆਵਾਂਗੇ, ਜ਼ਰੂਰ ਆਵਾਂਗੇ, ਤੇਰੇ ਨਾਲ ਵਾਅਦਾ ਰਿਹਾ। ਪਰ ਦੇਵਾ ਰਾਮ ਜਦੋਂ ਅਸੀਂ ਆਈਏ ਨਾ, ਉਦੋਂ ਪਹਿਚਾਣ ਲਵੀਂ। ਦੇਵਾ ਰਾਮ ਹੱਥ ਜੋੜ ਕੇ ਕਹਿਣ ਲੱਗਿਆ, ਸੱਚੇ ਪਾਤਸ਼ਾਹ ਮੇਰਾ ਦੀਨ ਦੁਨੀਆ ਦਾ ਵਾਲੀ ਆਏ, ਮੇਰਾ ਗੁਰੂ ਆਏ, ਤੇ ਮੈਂ ਪਹਿਚਾਣਾ ਨਾ, ਇਹ ਕਿਵੇਂ ਹੋ ਸਕਦਾ? ਸਤਿਗੁਰੂ ਕਹਿੰਦੇ ਚੰਗਾ, ਤੇਰੇ ਨਾਲ ਵਾਅਦਾ, ਤੇਰੇ ਘਰੇ ਆਵਾਂਗੇ ਜ਼ਰੂਰ। ਹੁਣ ਦੇਖੋ, ਇੱਕ ਵਾਅਦਾ ਗੁਰੂ ਕੋਲੋਂ ਮਿਲਿਆ ਤੇ ਸਿੱਖ ਦਾ ਭਰੋਸਾ ਵੇਖੋ। ਕੁਝ ਦਿਨ ਸ਼੍ਰੀ ਅਨੰਦਪੁਰ ਸਾਹਿਬ ਰਿਹਾ ਦੇਵਾ ਰਾਮ, ਸੇਵਾ ਕੀਤੀ, ਸਿਮਰਨ ਕੀਤਾ, ਸੰਗਤ ਕੀਤੀ, ਵਾਪਸ ਆਪਣੇ ਨਗਰ ਆਇਆ। ਘਰਦਿਆਂ ਨੂੰ ਆ ਕੇ ਖੁਸ਼ਖਬਰੀ ਸੁਣਾਈ ਵੀ ਗੁਰੂ ਨੇ ਮੇਰੇ ਨਾਲ ਵਾਅਦਾ ਕੀਤਾ ਮੇਰੇ ਘਰੇ ਆਉਣ ਦਾ, ਤੇ ਇਹ ਨਹੀਂ ਪਤਾ ਵੀ ਕਦੋਂ ਆ ਜਾਏ। ਇਸ ਲਈ ਦੇਵਾ ਰਾਮ ਨੇ ਤਿਆਰੀ ਆਰੰਭ ਕਰ ਦਿੱਤੀ। ਉਹਨੇ ਇੱਕ ਮੰਜੀ ਬਣਾਈ ਸਤਿਗੁਰੂ ਲਈ, ਇੱਕ ਚਾਦਰ ਹੱਥੀਂ ਤਿਆਰ ਕੀਤੀ ਵੀ ਜਦੋਂ ਸਤਿਗੁਰੂ ਆਉਣ ਉਹਨਾਂ ਦਾ ਆਸਣ ਮੈਂ ਤਿਆਰ ਕੀਤਾ, ਮੰਜੀ ਤੇ ਚਾਦਰ ਵਿਛਾ ਕੇ ਇੱਥੇ ਬਿਠਾਵਾਂਗਾ। ਤਿਆਰੀ ਆਰੰਭ ਹੋਈ, ਜਿਵੇਂ ਸਾਡੇ ਘਰੇ ਗੁਰੂ ਆਉਣਾ ਹੋਵੇ ਤੇ ਆਪਾਂ ਵੀ ਤਿਆਰੀਆਂ ਕਰਦੇ। ਉਹਨੇ ਵੀ ਤਿਆਰੀ ਕੀਤੀ, ਉਡੀਕ ਕਰਦਾ ਪਿਆ। ਲੰਬਾ ਸਮਾਂ ਬੀਤਿਆ। ਇੱਕ ਦਿਨ ਸਾਧ ਸੰਗਤੀ ਨੂੰ ਕਿਧਰੋਂ ਉੱਡਦੀ ਖਬਰ ਆਈ ਕਿ ਸਤਿਗੁਰੂ ਅਨੰਦਪੁਰ ਸਾਹਿਬ ਤੋਂ ਦਿੱਲੀ ਆ ਰਹੇ ਨੇ। ਇਹ ਨਹੀਂ ਪਤਾ ਵੀ ਕੀ ਕਰਨ ਆ ਰਹੇ ਨੇ, ਇੰਨਾ ਕੁ ਪਤਾ ਚੱਲਿਆ ਵੀ ਸਤਿਗੁਰੂ ਅਨੰਦਪੁਰ ਸਾਹਿਬ ਤੋਂ ਦਿੱਲੀ ਆ ਰਹੇ ਨੇ। ਇਹਨੂੰ ਚੌ ਚੜ ਗਿਆ ਬਈ ਅਨੰਦਪੁਰ ਤੋਂ ਜਿਹੜਾ ਦਿੱਲੀ ਆਵੇ ਤੇ ਵਿਚਕਾਰ ਕਰਨਾਲ ਤਰਾਵੜੀ ਆਉਣਾ, ਸਤਿਗੁਰੂ ਮੇਰੇ ਕੋਲ ਵੀ ਆਉਣਗੇ ਪਹਿਲਾਂ। ਸਾਧ ਸੰਗਤ ਇਹ ਹੋਰ ਖੁਸ਼ੀ ਦੇ ਵਿੱਚ, ਚੌ ਵਿੱਚ ਹੈ।
ਵੀ ਸਤਿਗੁਰੂ ਦਾ ਪਤਾ ਨਹੀਂ ਕਦੋਂ ਆ ਜਾਣ, ਉਡੀਕਦਾ ਪਿਆ ਤੇ ਇਹਨੂੰ ਸਮੇਂ ਦੇ ਨਾਲ ਕੁਝ ਸਮਾਂ ਹੋਰ ਬੀਤਿਆ। ਇਹਨੂੰ ਇੱਕ ਦਿਨ ਫਿਰ ਖਬਰ ਆਈ। ਇਹਦਾ ਇੱਕ ਸਿਪਾਹੀ ਸੀ ਮਿੱਤਰ, ਮੁਗਲ ਫੌਜ ਦਾ ਸਿਪਾਹੀ। ਉਹਨੇ ਆ ਕੇ ਖਬਰ ਦਿੱਤੀ, ਕਹਿਣ ਲੱਗੇ ਇੱਕ ਦਿਨ ਦੇਵਾ ਰਾਮ ਤੂੰ ਕਹਿੰਦਾ ਸੀ ਨਾ ਮੇਰਾ ਗੁਰੂ ਤੇਗ ਬਹਾਦਰ ਹੈ, ਤੇ ਮੈਨੂੰ ਇਹ ਖਬਰ ਮਿਲੀ ਹੈ ਕਿ ਗੁਰੂ ਤੇਗ ਬਹਾਦਰ ਜੀ ਤਿਲਕ ਜੰਜੂ ਦੀ ਰਾਖੀ ਲਈ ਦਿੱਲੀ ਗਏ ਤੇ ਦਿੱਲੀ ਵਿੱਚ ਔਰੰਗਜ਼ੇਬ ਨੇ ਤਿਲਕ ਜੰਜੂ ਦੀ ਰਾਖੀ ਦੇ ਲਈ ਉਹਨਾਂ ਨੇ ਆਪਣੀ ਸ਼ਹਾਦਤ ਦੇ ਦਿੱਤੀ। ਜਦੋਂ ਆਹ ਖਬਰ ਸੁਣੀ ਨਾ, ਦੇਵਾ ਰਾਮ ਦਾ ਅੰਦਰ ਮਾਨੋ ਵਿਆਕੁਲ ਵੀ ਹੋਇਆ ਤੇ ਭੁੱਬਾਂ ਵੀ ਮਾਰਦੇ ਵੀ ਸੱਚੇ ਪਾਤਸ਼ਾਹ ਸ਼ਹੀਦ ਹੋ ਗਏ ਨੇ, ਮੇਰੇ ਤੱਕ ਖਬਰ ਨਹੀਂ ਤੇ ਮੇਰੇ ਨਾਲ ਵਾਅਦਾ ਗੁਰੂ ਨੇ ਮੇਰੇ ਘਰੇ ਆਉਣ ਦਾ ਕੀਤਾ ਹੋਇਆ। ਉਹਦੇ ਮਨ ਵਿੱਚ ਨੇ ਇੱਕਦਮ ਥੋੜਾ ਸ਼ੰਕਾ ਪੈਦਾ ਹੋਇਆ ਵੀ ਗੁਰੂ ਸ਼ਹੀਦ ਹੋ ਕੇ ਹੁਣ ਕਿਵੇਂ ਆਏਗਾ। ਵਾਅਦਾ ਵੀ ਗੁਰੂ ਨੇ ਕੀਤਾ, ਭਰੋਸਾ ਵੀ ਹੈ ਮੈਨੂੰ ਗੁਰੂ ਦੇ ਵਾਅਦੇ ਤੇ, ਅੰਦਰ ਉਤਸ਼ਾਹ ਵੀ ਹੈ, ਪ੍ਰੇਮ ਵੀ ਹੈ, ਭਾਵਨਾ ਵੀ ਹੈ। ਤੇ ਸਾਧ ਸੰਗਤ ਅੱਜ ਦੂਜਾ ਦਿਨ ਹੋਇਆ, ਇਹਦਾ ਕੱਪੜੇ ਧੋਣ ਵਿੱਚ ਚਿੱਤ ਨਾ ਲੱਗੇ। ਅਚਾਨਕ ਸ਼ਾਮ ਦਾ ਵੇਲੇ ਤੇ ਇੱਕ ਸਿੱਖ ਬੜੀ ਕਾਹਲੀ ਨਾਲ ਚੱਲਦਾ ਹੋਇਆ ਵੇਖਿਆ ਤੇ ਇਹਨੇ ਆਵਾਜ਼ ਮਾਰੀ, ਸਿੱਖਾ ਮੇਰੀ ਗੱਲ ਸੁਣ ਕੇ ਜਾਈ। ਉਹ ਸਿੱਖ ਦੇ ਚਰਨ ਰੁਕੇ ਤੇ ਭਾਈ ਦੇਵਾ ਰਾਮ ਕੋਲ ਗਿਆ। ਕਹਿਣ ਲੱਗਿਆ, ਗੁਰਸਿੱਖਾ ਮੈਂ ਵੀ ਸ਼੍ਰੀ ਅਨੰਦਪੁਰ ਸਾਹਿਬ ਦੇ ਗੁਰੂ ਤੇਗ ਬਹਾਦਰ ਦਾ ਸਿੱਖ ਹਾਂ। ਮੈਨੂੰ ਲੱਗਦਾ ਤੇਰਾ ਬਾਣਾ ਕਹਿੰਦੇ ਤੂੰ ਵੀ ਸਿੱਖ ਹੈ। ਹਾਂ ਸੱਜਣਾ ਮੈਂ ਵੀ ਸਿੱਖ ਹੈ। ਮੈਂ ਅਨੰਦਪੁਰ ਸਾਹਿਬ ਪਹੁੰਚਣਾ, ਜਲਦੀ ਨਾਲ ਦੱਸ ਵੀ ਗੱਲ ਕੀ। ਦੇਵਾ ਰਾਮ ਕੋਲ ਖੜੋਤਾ, ਕਹਿਣ ਲੱਗਿਆ, ਸਿੱਖਾ ਮੈਂ ਵੀ ਅਨੰਦਪੁਰ ਸਾਹਿਬ ਗਿਆ ਸੀ, ਮੈਂ ਗੁਰੂ ਕੋਲ ਗਿਆ ਸੀ, ਗੁਰੂ ਨੇ ਵਾਅਦਾ ਕੀਤਾ ਸੀ ਮੇਰੇ ਘਰੇ ਆਉਣ ਦਾ। ਮੈਨੂੰ ਕੱਲ ਮੇਰਾ ਮਿੱਤਰ ਕਹਿ ਕੇ ਗਿਆ ਵੀ ਗੁਰੂ ਸ਼ਹੀਦ ਹੋ ਗਏ, ਗੱਲ ਸੱਚੀ ਹੈ? ਉਹ ਸਿੱਖ ਨੇ ਆਖਿਆ, ਹਾਂ ਭਾਈ ਗੱਲ ਬਿਲਕੁਲ ਸੱਚੀ, ਗੁਰੂ ਸ਼ਹੀਦ ਹੋ ਗਏ। ਕਹਿੰਦੇ ਫਿਰ ਮੇਰੇ ਵਾਅਦੇ ਦਾ ਕੀ ਹੋਏਗਾ? ਗੁਰੂ ਵਾਅਦਾ ਕਰਕੇ ਭੁੱਲ ਜਾਂਦਾ। ਉਹ ਜਿਹੜਾ ਸਿੱਖ ਖੜੋਤਾ ਸੀ ਨਾ, ਉਹ ਕਹਿਣ ਲੱਗਿਆ, ਦੇਵਾ ਰਾਮ ਗੁਰੂ ਕਦੇ ਵਾਅਦਾ ਕਰਕੇ ਭੁੱਲਦਾ ਨਹੀਂ। ਜੇ ਤੇਰੇ ਨਾਲ ਗੁਰੂ ਨੇ ਵਾਅਦਾ ਕੀਤਾ, ਆ ਮੈਂ ਤੇਰੇ ਘਰੇ ਚੱਲਦਾ। ਉਹਨੇ ਦੱਸਿਆ ਨਹੀਂ ਕੋਈ ਗੱਲ, ਨਾਲ ਚੱਲ ਪਿਆ ਦੇਵਾ ਰਾਮ ਦੇ। ਘਰ ਦਾ ਬੂਆ ਖੋਲਿਆ, ਅੰਦਰ ਗਏ ਤੇ ਉਹ ਜਿਹੜਾ ਸਿੱਖ ਸੀ ਨਾ ਨਾਲ, ਉਹ ਕਹਿਣ ਲੱਗਿਆ, ਦੇਵਾ ਰਾਮ ਜੇ ਤੇਰੇ ਘਰੇ ਗੁਰੂ ਆਉਂਦਾ ਤੇ ਤਿਆਰੀ ਕੀ ਹੈ? ਇਹਨੇ ਮੰਜੀ ਜਿਹੜੀ ਬਣਾਈ ਸੀ ਉਹ ਕੱਢੀ, ਚਾਦਰ ਕੱਢੀ, ਮੰਜੀ ਤੇ ਚਾਦਰ ਵਿਛਾ ਕੇ ਕਹਿੰਦਾ ਵੀ ਜੇ ਗੁਰੂ ਆਉਂਦਾ ਤੇ ਇੱਥੇ ਆਸਣ ਲਾਉਂਦਾ, ਮੈਂ ਤਾਂ ਤਿਆਰੀ ਕਰਕੇ ਬੈਠਾ। ਤੇ ਜਿਹੜਾ ਸਿੱਖ ਨਾਲ ਸੀ ਨਾ, ਉਹਦੇ ਕੋਲ ਗੰਢ ਸੀ ਇੱਕ। ਸਾਧ ਸੰਗਤ ਜੀ ਉਹਨੇ ਆਪਣੀ ਗੰਢ ਉਸ ਮੰਜੀ ਤੇ ਟਿਕਾਈ। ਦੇਵਾ ਰਾਮ ਫਿਰ ਕਹਿਣ ਲੱਗਿਆ ਵੀ ਗੁਰਸਿੱਖਾ ਇਹ ਤਾਂ ਗੁਰੂ ਦੇ ਬੈਠਣ ਲਈ ਹੈ, ਇਹ ਤੇਰੇ ਸਮਾਨ ਰੱਖਣ ਲਈ ਨਹੀਂ ਹੈ। ਦੇਵਾ ਰਾਮ ਮੈਂ ਪਹਿਲਾਂ ਨਹੀਂ ਬੋਲਿਆ, ਹੁਣ ਬੋਲਣ ਲੱਗਿਆ। ਤੇਰੇ ਨਾਲ ਗੁਰੂ ਨੇ ਵਾਅਦਾ ਕੀਤਾ ਸੀ ਨਾ ਤੇਰੇ ਘਰੇ ਆਉਣ ਦਾ। ਹਾਂ ਮੇਰੇ ਨਾਲ ਵਾਅਦਾ ਕੀਤਾ ਸੀ। ਕਹਿੰਦੇ ਦੇਵਾ ਰਾਮ ਸ਼ਾਂਤੀ ਰੱਖ, ਮੈਂ ਤੈਨੂੰ ਸੱਚ ਦੱਸਣਾ ਚਾਹੁੰਦਾ, ਗੁਰੂ ਤੇਰੇ ਘਰੇ ਆ ਗਿਆ, ਤੇਰੇ ਘਰੇ ਆਇਆ ਗੁਰੂ। ਤੇ ਸੱਚੇ ਪਾਤਸ਼ਾਹ ਦੇ ਸਿੱਖ ਦੇਵਾ ਰਾਮ ਨੇ ਆਖਿਆ, ਗੁਰਸਿੱਖਾ ਕਿਵੇਂ ਆਇਆ ਗੁਰੂ ਘਰੇ? ਮੇਰਾ ਗੁਰੂ ਤਾਂ ਕਹਿੰਦੇ ਸ਼ਹੀਦ ਹੋ ਗਿਆ, ਤੂੰ ਵੀ ਆਖਿਆ ਸ਼ਹੀਦ ਹੋ ਗਿਆ। ਕਹਿਣ ਲੱਗਿਆ, ਦੇਵਾ ਰਾਮ ਸ਼ਾਂਤੀ ਰੱਖ, ਗੁਰੂ ਤੇਰੇ ਘਰੇ ਤੇਰੀ ਮੰਜੀ ਤੇ ਬੈਠਾ ਹੋਇਆ। ਦੇਵਾ ਰਾਮ ਕਹਿਣ ਲੱਗਿਆ, ਮੰਜੀ ਤੇ ਕਿਵੇਂ ਬੈਠਿਆ ਗੁਰੂ? ਕਹਿੰਦਾ, ਆਹ ਮੈਂ ਤੈਨੂੰ ਦਰਸ਼ਨ ਕਰਾਵਾਂ। ਉਹਨੇ ਪਈ ਹੋਈ ਗੰਢ ਦੀਆਂ ਗੰਢਾਂ ਖੋਲੀਆਂ। ਪਹਿਲੀ ਗੰਢ ਖੋਲੀ, ਦੂਜੀ ਗੰਢ ਖੋਲੀ, ਤੇ ਜਦੋਂ ਗੰਢਾਂ ਖੋਲ ਕੇ ਅੰਦਰੋਂ ਕੱਢਿਆ ਤੇ ਕੋਈ ਹੋਰ ਨਹੀਂ ਸੀ, ਗੁਰੂ ਤੇਗ ਬਹਾਦਰ ਦਾ ਸੀਸ ਸੀ। ਲਿਆਉਣ ਵਾਲਾ ਕੋਈ ਹੋਰ ਨਹੀਂ ਸੀ, ਭਾਈ ਜੈਤਾ ਸੀ। ਕਹਿਣ ਲੱਗਿਆ, ਦੇਵਾ ਰਾਮ
ਜਦੋਂ ਮੈਂ ਤੇਰੇ ਕੋਲ ਖੜੋਤਾ ਸੀ, ਤੂੰ ਕਹਿੰਦਾ ਸੀ ਨਾ ਵਾਅਦਾ ਕੀਤਾ ਗੁਰੂ ਨੇ, ਕਹਿਣ ਲੱਗੇ ਦੇਵਾ ਰਾਮ ਭਰੋਸਾ ਗੁਰੂ ਤੇ ਰੱਖ, ਗੁਰੂ ਕਦੇ ਸ਼ਹੀਦ ਹੋ ਵੀ ਜਾਵੇ ਤਾਂ ਵੀ ਗੁਰੂ ਵਾਅਦਾ ਨਹੀਂ ਭੁੱਲਦਾ, ਗੁਰੂ ਵਾਅਦਾ ਨਿਭਾਉਣ ਆ ਜਾਂਦਾ ਹੈ। ਦੇਵਾ ਰਾਮ ਦੀਆਂ ਭੁੱਬਾਂ ਨਿਕਲ ਗਈਆਂ। ਕਹਿੰਦਾ ਗੁਰਸਿੱਖਾ, ਗੁਰੂ ਨੇ ਕਿਹਾ ਸੀ ਮੈਨੂੰ ਵੀ ਤੇਰੇ ਘਰੇ ਆਵਾਂਗੇ ਜ਼ਰੂਰ, ਪਹਿਚਾਣ ਲਵੀਂ। ਮੈਂ ਕਿਹਾ ਸੀ ਸਤਿਗੁਰੂ ਦੀਨ ਦੁਨੀ ਦਾ ਵਾਲੀ ਆਏ ਤੇ ਮੈਂ ਪਹਿਚਾਣਾ ਨਾ, ਤੇ ਸੱਚੇ ਪਾਤਸ਼ਾਹ ਮੇਰੇ ਘਰੇ ਵੀ ਆਏ, ਮੇਰੇ ਨਾਲ ਚੱਲ ਕੇ ਵੀ ਆਏ। ਮੈਂ ਕਿੰਨਾ ਅਭਾਗਾ, ਮੇਰੇ ਘਰੇ ਗੁਰੂ ਬੈਠਾ ਹੋਏ ਹੈ ਤੇ ਮੈਂ ਪਹਿਚਾਣ ਹੀ ਨਹੀਂ ਸਕਿਆ। ਕਿੱਡਾ ਭਾਗਾ। ਮੈਂ ਬੇਨਤੀ ਕਰਾਂ ਪਿਆਰਿਓ, ਜਦੋਂ ਅੰਦਰੋਂ ਉਮਾ ਪੈਦਾ ਹੋ ਜਾਏ, ਅੰਦਰੋਂ ਤਾਂਗ ਪੈਦਾ ਹੋ ਜਾਏ, ਫਿਰ ਉਹ ਮਾਲਕ ਦੇ ਨਾਲ ਮਿਲਣ ਦੇ ਲਈ ਇੱਕ ਚਾਅ ਪੈਦਾ ਹੁੰਦਾ ਹੈ। ਤੇ ਸਾਧ ਸੰਗਤ ਜਦੋਂ ਪਤਾ ਚੱਲ ਜਾਏ ਮੇਰਾ ਪ੍ਰਭੂ ਆਉਣ ਵਾਲਾ ਹੈ, ਫਿਰ ਆ ਗ੍ਰਹਿ ਦੀ ਹਿਰਦੇ ਦੀ ਸੇਜਾ ਨੂੰ ਫਿਰ ਆਪਾਂ ਸਜਾ ਲਈਏ। ਭਰਮ ਭਰਮ ਆਇਓ ਤੋ ਨਦਰ ਨਾ ਆਈ। ਦੇਖੋ ਬਾਹਰ ਭਟਕਣ ਨਾਲ ਪ੍ਰਮਾਤਮਾ ਨਹੀਂ ਮਿਲਣਾ। ਜਿੰਨੇ ਮਰਜੀ ਵਹਿਮਾਂ ਭਰਮਾਂ ਪਖੰਡਾਂ ਵਿੱਚ ਪੈ ਲਓ, ਦਿਖਾਵੇ ਨਾਲ ਪ੍ਰਮਾਤਮਾ ਨਹੀਂ ਮਿਲਦਾ। ਪ੍ਰਮਾਤਮਾ ਅੰਦਰ ਦੇ ਪ੍ਰੇਮ ਨਾਲ ਮਿਲਣਾ, ਅੰਦਰ ਦੇ ਚਾਅ ਨਾਲ ਮਿਲਣਾ। ਕਲਗੀਧਰ ਪਾਤਸ਼ਾਹ ਨੇ ਕਿਹਾ ਸੀ ਨਾ, ਕਹਿੰਦੇ ਬਾਹਰੋਂ ਤਾਂ ਜਿੰਨਾ ਮਰਜੀ ਤੂੰ ਦਿਖਾਵਾ ਕਰ, ਪਰ ਗੱਲ ਸਾਰੀ ਪ੍ਰੇਮ ਤੇ ਖੜੋਤੀ ਹੈ। ਕਹਾਂ ਭਇਓ ਜੋਦੂ ਲੋਚਨ ਮੂੰਦ ਕੈ, ਬੈਠ ਰਹੇ ਹੋ ਬਕ ਧਿਆਨ ਲਗਾਇਓ। ਨਾਤ ਫਿਰਿਓ ਲਿਏ ਸਾਤ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਏ। ਬਾਸ ਕਿਓ ਬਖਿਆਨ ਸੋ ਬੈਠ ਕੇ, ਐਸੇ ਹੀ ਐਸੇ ਸੋ ਬੈਸ ਬਤਾਇਓ। ਤੇ ਗੁਰੂ ਨੇ ਸਮਝਾਇਆ ਕਿ ਸੀ ਸਾਚ ਕਹੂੰ, ਸੁਨ ਲਿਓ ਸਭੈ ਜਿਨ ਪ੍ਰੇਮ ਕੀਓ, ਤਿਨ ਹੀ ਪ੍ਰਭ ਪਾਏ। ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਨੇ ਪ੍ਰਮਾਤਮਾ ਪਾਏ। ਭਰਮ ਦੇ ਨਾਲ ਭਟਕਣ ਦੇ ਨਾਲ ਰੱਬ ਨਹੀਂ ਮਿਲਦਾ। ਭਰਮ ਧਰਮ ਨਾਲ ਨਹੀਂ ਜੋੜਦਾ, ਭਰਮ ਤਾਂ ਸਗੋਂ ਰੱਬ ਤੋਂ ਵੀ ਦੂਰ ਕਰ ਦਿੰਦਾ। ਤੇ ਸਤਿਗੁਰੂ ਕਹਿੰਦੇ ਕਿਨ ਬਿਦ ਹੀਰੋ ਧੀਰੈ ਨੇ ਮਾਣੋ। ਮੇਰਾ ਹਿਰਦਾ ਕਿਵੇਂ ਧੀਰਜ ਚ ਆਏ, ਟਿਕਾ ਵਿੱਚ ਆਏ। ਮਿਲ ਸਾਜਨ ਹੋ ਤੁਝ ਕੁਰਬਾਨੋ, ਮੇਰਾ ਮਾਲਕ ਮਿਲ ਜਾਏ, ਮੈਂ ਸਦਾ ਉਸ ਮਾਲਕ ਤੋਂ ਕੁਰਬਾਨ ਜਾਵਾਂ। ਕਹਿੰਦੇ ਪਰ ਗੁਰੂ ਨੇ ਫਿਰ ਇੱਕ ਗੱਲ ਸਮਝਾਈ, ਕਹਿੰਦੇ ਸੱਜਣਾ ਮਾਲਕ ਤੇ ਤੋਂ ਵੱਖ ਨਹੀਂ ਹੈ। ਬੁੱਲੇ ਸ਼ਾਹ ਨੇ ਇੱਕ ਬੜੀ ਪਿਆਰੀ ਗੱਲ ਆਖੀ ਸੀ, ਬੋਲਿਆ ਰੱਬ ਤੇ ਤੋਂ ਵੱਖ ਨਹੀਂ, ਪਰ ਤੇਰੀ ਦੇਖਣ ਵਾਲੀ ਅੱਖ ਨਹੀਂ। ਉਹ ਮਾਲਕ ਤਾਂ ਸਾਤੋਂ ਵੱਖ ਹੈ ਹੀ ਨਹੀਂ, ਉਹ ਤਾਂ ਸਾਡੇ ਅੰਦਰ ਟਿਕਿਆ। ਬਸ ਗੁਰੂ ਨੇ ਇੱਕ ਗੱਲ ਸਮਝਾਈ, ਕਹਿੰਦੇ ਸੱਜਣਾ ਏਕਾ ਸੇਜ ਵਿਸ਼ੀ ਧਨ ਕੰਤਾ। ਧਨ ਕਹਿੰਦੇ ਨੇ ਜੀਵ ਰੂਪ ਇਸਤਰੀ ਨੂੰ, ਕੰਤ ਕਹਿੰਦੇ ਨੇ ਪ੍ਰਮਾਤਮਾ। ਉਹ ਪ੍ਰਮਾਤਮਾ ਤਾਂ ਤੇਰੇ ਇਸ ਸੇਜ, ਇਸ ਸਰੀਰ ਦੇ ਅੰਦਰ ਹੀ ਬੈਠਾ ਹੋਇਆ ਹੈ। ਜੀਵ ਆਤਮਾ ਵੀ ਇੱਥੇ ਹੈ ਤੇ ਪ੍ਰਮਾਤਮਾ ਵੀ ਇੱਥੇ ਹੈ। ਪਰ ਫਰਕ ਕੀ ਹੈ ਵੀ ਰੱਬ ਮਿਲਿਆ ਕਿਉਂ ਨਹੀਂ? ਕਹਿੰਦੇ ਧਨ ਸੂਤੀ, ਜਿਹੜੀ ਜੀਵ ਰੂਪ ਇਸਤਰੀ ਹੈ, ਜੀਵ ਰੂਪ ਆਤਮਾ, ਉਹ ਸੁੱਤੀ ਹੋਈ ਹੈ ਵਿਕਾਰਾਂ ਵਿੱਚ। ਹੰਕਾਰ ਵਿਕਾਰ ਜ਼ਿੰਦਗੀ ਨੂੰ ਸਵਾ ਰਹੇ ਨੇ। ਮਨ ਸੂਤਾ ਮਾਇਆ ਬਿਸਮਾਦ ਅੰਦਰ ਸੁੱਤਾ ਪਿਆ। ਫਿਰ ਸਦ ਜਗੰਤਾ, ਪਰ ਜਿਹਨੂੰ ਮਿਲਣੇ ਉਹ ਸਦਾ ਹੀ ਜਾਗਦਾ ਹੈ, ਉਹ ਨਹੀਂ ਸੁੱਤਾ। ਸੁੱਤੇ ਅਸੀਂ ਵਿਕਾਰਾਂ ਦੀ ਨੀਂਦਰ ਵਿੱਚ ਸੁੱਤੇ ਆ। ਬਾਣੀ ਸਾਨੂੰ ਹੋਕਾ ਦੇ ਕੇ ਕਹਿੰਦੀ ਹੈ ਜਾਗੋ ਜਾਗੋ ਸੁੱਤਿਓ, ਚੱਲਿਆ ਵਣਜਾਰਾ। ਭਾਈ ਜਾਗ ਜਾਓ, ਆਪਾਂ ਸੁੱਤੇ ਹਾਂ ਅਗਿਆਨਤਾ ਵਿੱਚ, ਵਿਕਾਰਾਂ ਵਿੱਚ ਸੁੱਤੇ ਪਏ। ਤੇ ਸਤਿਗੁਰੂ ਕਹਿੰਦੇ ਨੇ ਜਿਸ ਮਾਲਕ ਨੂੰ ਮਿਲਣੇ ਨਾ, ਪਿਰ ਦੇ ਰਾਰੇ ਨੂੰ ਔਂਕੜ ਹੈ ਉਹ ਪ੍ਰਮਾਤਮਾ। ਸਦ ਜਗੰਤਾ, ਉਹ ਤਾਂ ਸਦਾ ਹੀ ਜਾਗਦਾ ਹੈ। ਪੀਓ ਮਧਰੋ ਧਨ ਮਤਵੰਤਾ। ਸਾਧ ਸੰਗਤ ਜੀ ਅਸੀਂ ਵਿਕਾਰਾਂ ਦਾ ਨਸ਼ਾ ਕੀਤਾ ਹੋਇਆ। ਪੀਓ ਮਧਰੋ, ਹੰਕਾਰ ਦੇ ਨਸ਼ੇ ਵਿੱਚ ਹਾਂ। ਤੇ ਜਿਹੜੀ ਜੀਵ ਰੂਪ ਆਤਮਾ ਹੈ ਪਰਮਾਤਮਾ ਤੋਂ ਟੁੱਟੀ ਹੋਈ ਹੈ। ਜਿਵੇਂ ਕੋਈ ਨਸ਼ੇ ਵਿੱਚ ਸੁੱਤਾ ਹੋਵੇ ਨਾ, ਉਹਦੇ ਨੇੜੇ ਭਾਵੇਂ ਜਿਤਨੇ ਮਰਜੀ ਢੋਲ ਢਮੱਕੇ ਵੱਜਦੇ ਰਹਿਣ, ਉਹਨੂੰ ਕੁਝ ਨਹੀਂ ਪਤਾ ਚੱਲਦਾ। ਉਸੇ ਤਰ੍ਹਾਂ ਹੀ ਜੀਵਨ ਪਰਮਾਤਮਾ ਤੋਂ ਟੁੱਟਿਆ ਤੇ ਸੁੱਤਾ ਹੋਇਆ, ਨਸ਼ੇ ਵਿੱਚ ਹੈ। ਤੁਸੀਂ ਵੇਖੋ ਨਾ, ਅੱਜ ਮੈਂ ਕਈ ਵਾਰ ਕਹਿੰਦਾ ਹੁੰਦਾ
भी अज गुरु का सिख भी हाँ आपां, पर अमृत वेले आपां उठदे नहीं। ध्यान करियो, अमृत वेले दी संभाल जिंदगी चों निकलदी जा रही। पढ़दे रोज उच्ची गा के कि अमृत वेला सच नाओ वडियाई विचार, पर प्यारिओ अज अमृत वेला निकलदा जा रहा। मैं बंबे वर्गे शहर गया कथा लई, ते मैनू प्रबंधक कहंदे जी तुहाडा टाइम सवेरे 9 तो 10 दा रूटीन विच। मैं कहा जी 9 तो 10 तो ठीक है, इनू तुसी की आखोगे? कहंदे जी अमृत वेले दा दीवान है। तो मैं कहा जी ठीक है, भी फिर आरंभता कदों हुंदी है तुहाडे सवेरे नितनेम दी? कहंदे जी वेखो कम्मां कारां वालियां असीं तां ज्ञानी जी नूं कहा भी असीं तां इन्ने क वजे आ सकदे हां, ते असीं 6 वजे आरंभता करदे हां नितनेम दी। ते मैं बेनती करां प्यारिओ, असीं गुरु अनुसारी बनना सी। हैरानी दी गल होई, सिख ने गुरु नूं अपने अनुसारी बनाउण दी कोशिश शुरू कर दित्ती भी आपां गुरु अनुसारी नहीं बनना, जिवें गुरु असीं कवांगे उवें गुरु भी चले। अमृत वेला जिंदगी चों निकल के बाणी जिंदगी चों घटदी जा रही। गुरु अर्जन देव पातशाह कह के गए सी भी ये बाणी जिहड़ी है ना, मैं तेनू दे के चलिया खजाना, ये वस्त तजी ना जाई नित नित रख और धारो, ये तां रोज हिरदे च टकाउणी है, रोज इहदे नाल जुड़ना है। पर होया कि दुनिया दे नशियां विच, माया दे विकारां दे नशियां विच इन्ने कु मस्त हो गए कि परमात्मा दे नाम तो ते परमात्मा तो टुट गए। पता ही नहीं चलदा कि आपां मालिक नूं भी मिलना। धन जागै जे पिर बुलंता, हाँ ये जाग सकदी है जीवात्मा जे परमात्मा बुला ले। किवें बुलाएगा? आ जिहड़ी बाणी है ना, ये सानू बुलाउंदी पई है, ये सानू जगाउंदी पई है भी सुत्तो सुत्ते आपां जाग जाओ। बाणी जगाए, गुरु दे बोल जगाउणगे, परमात्मा दे बोले बोल साडी जिंदगी दे अंदर ज्ञान भरनगे। ते साध संगत फिर सतगुरु कहंदे भई निरासी बहुत दिन लग गए। मैं निराश हो गई कि रब नूं मैं मिल नहीं सकी, बड़े दिन हो गए, अंदर चौ सी हुई रब नूं मिल जाए। भई निरासी बहुत दिन लागे, देश दिसंतर मैं सगले झाके। मैं एक थां ते नहीं, जिथे किसे आखिया मैं उत्थे भी भटकी, पर इस तरह रब नहीं मिलिया। प्यारे इन बिद मिलन न जाए, मैं किए कर्म अनेकां, हार परियो स्वामी के द्वारे, दीजे बुध विवेका। हार के उस मालिक अगी अरदास करो, जिस मालिक नाल मिलना है उही सानू अपनी किरपा नाल मिला सकदा। एवें बाहर भटकण नाल नहीं, एवें साध संगत जी दुविधा विच पैण नाल रब नहीं मिलदा। असीं अज वेखदे हन दुनिया विच बड़े दावे ने, मैं रब हाँ, मैं रब नूं मिला दवांगा, पर प्यारिओ एवें परमात्मा नहीं मिलदा। ਉਹ मालिक ਤਾਂ मालिक ਦੀ ਕਿਰਪਾ ਨਾਲ ਹੀ ਮਿਲਦਾ। ਤੇ ਸਤਿਗੁਰੂ ਕਹਿਣ ਲੱਗੇ ਵਾਹਿਗੁਰੂ ਜੀ ਮੇਰੇ ਅੰਦਰ ਇੰਨੀ ਤਾਂਘ ਹੈ, ਇੰਨੀ ਤਾਂਘ ਹੈ ਤੈਨੂੰ ਮਿਲਣ ਦੀ, ਖਿੰਨ ਰਹਿਣ ਨਾ ਪਾਵੋ। ਖਿੰਨ ਕਹਿੰਦੇ ਨੇ ਅੱਖ ਝਮਕਣ ਜਿੰਨੇ ਸਮੇਂ, ਮੈਂ ਇੰਨਾ ਸਮਾਂ ਵੀ ਤੇਤੋਂ ਬਗੈਰ ਰਹਿ ਨਹੀਂ ਸਕਦਾ। ਬਿਨ ਪੱਗ ਪਾਗੇ ਮੈਂ ਤੇਰੇ ਚਰਨਾਂ ਵਿੱਚ ਜੁੜੇ ਤੋਂ ਬਿਨਾ ਇੱਕ ਖਿੰਨ ਵੀ ਨਹੀਂ ਰਹਿ ਸਕਦਾ। मैं कबीर साहब दे सलोक पढ़ रहा सी, बड़ा प्यारा उपदेश उन्होंने दिता। कहंदे कुदरत दे इस रंगां विच एक पंछी है चकवा ते चकवी। रब ने कुदरत बहुत रंगां दी बनाई है। कहंदे चकवा ते चकवी दोने इकट्ठे रहिंदे ने, शाम पैंदी है ते चकवा ते चकवी दा विछोड़ा पै जांदा। सवेर हुंदी है, दिन चढ़दे ते मिलाप फिर हो जांदा। कुदरत है, शामी विछड़दे ने सवेरे मिल जांदे। कबीर साहब दे घर दे नेड़े दोनों ही रहिंदे सन। एक दिन रात नूं चकवी बोल रही सी ते कबीर साहब ने पुछ लिया, कहन लगे चकवी जे तैनूं पता है रोज दा
ਤੇਰਾ ਵਿਛੋੜਾ ਵੀ ਹੈ, ਰੋਜ਼ ਮਿਲਾਪ ਵੀ ਹੈ। ਜੇ ਤੈਨੂੰ ਪਤਾ ਵੀ ਸ਼ਾਮੀ ਵਿਛੜਨੇ ਸਵੇਰੇ ਮਿਲ ਜਾਣਾ, ਫਿਰ ਤੂੰ ਆਰਾਮ ਕਰਿਆ ਕਰ। ਕਹਿੰਦੇ ਅੱਗੋਂ ਚੱਕਵੀ ਨੇ ਜਵਾਬ ਦਿੱਤਾ ਬੜੇ ਕਮਾਲ ਦਾ। ਕਹਿਣ ਲੱਗੀ ਭਗਤ ਜੀ, ਜਿਹੜੇ ਪਿਆਰੇ ਨਾਲ ਅੱਤ ਦੀ ਪ੍ਰੀਤ ਹੋਵੇ, ਜਿਹੜੇ ਪਿਆਰੇ ਨਾਲ ਅੱਤ ਦਾ ਪ੍ਰੇਮ ਹੋਵੇ, ਨੇੜਤਾ ਹੋਵੇ, ਉਹ ਤੋਂ ਇੱਕ ਖਿੰਨ ਦਾ ਵਿਛੋੜਾ ਨਹੀਂ ਝੱਲਿਆ ਜਾਂਦਾ। ਇਹ ਤਾਂ ਪੂਰੀ ਰਾਤ ਦੀ ਕਹਾਣੀ ਹੈ। ਮੇਰਾ ਪਿਆਰੇ ਨਾਲ ਨਹੀਂ ਹੈ ਤੇ ਮੈਂ ਸਾਰੀ ਰਾਤ ਉਸ ਪਿਆਰੇ ਨੂੰ ਪੁਕਾਰਦੀ ਰਹਿੰਦੀ ਹੈ। ਭਾਵੇਂ ਪਤਾ ਵੀ ਸਵੇਰੇ ਮਿਲਾਪ ਹੋ ਜਾਣੇ, ਪਰ ਪੂਰੀ ਰਾਤ ਦਾ ਵੀ ਵਿਛੋੜਾ ਮੇਰੇ ਤੋਂ ਝੱਲਿਆ ਨਹੀਂ ਜਾਂਦਾ। ਕਬੀਰ ਸਾਹਿਬ ਨੇ ਜਦੋਂ ਜਵਾਬ ਸੁਣਿਆ ਨਾ, ਉਹਨਾਂ ਨੇ ਗੱਲ ਸਾਡੇ ਤੇ ਢੁਕਾ ਦਿੱਤੀ। ਸਾਨੂੰ ਇੱਕ ਸਵਾਲ ਪੁੱਛਿਆ, ਕਹਿੰਦੇ ਕਬੀਰ ਚੱਕ ਹੀ ਨੌ ਨਿਸ ਵਿਛੜੈ ਆਏ ਮਿਲੈ ਪ੍ਰਭਾਤ, ਜੋ ਨਰ ਵਿਛੜੇ ਰਾਮ ਸਿਉ ਨਾ ਦਿਨ ਮਿਲੇ ਨਾ ਰਾਤ। ਸੱਜਣਾ ਉਹ ਚੱਕਵੀ ਹੈ, ਪਤਾ ਹੈ ਵੀ ਸਵੇਰੇ ਮਿਲ ਜਾਣੇ, ਪਰ ਮਨੁੱਖ ਦਾ ਜੀਵਨ ਵੇਖੋ, ਜਿਹੜੇ ਰੱਬ ਨੇ ਪੈਦਾ ਕੀਤਾ ਨਾ ਦਿਨੇ ਮਿਲਣ ਦੀ ਕੋਸ਼ਿਸ਼ ਕਰਦੇ, ਨਾ ਰਾਤੀ ਮਿਲਣ ਦੀ ਕੋਸ਼ਿਸ਼ ਕਰਦੇ। ਪਰਮਾਤਮਾ ਤੋਂ ਟੁੱਟ ਕੇ ਬੈਠੇ ਆ। ਸਤਿਗੁਰੂ ਕਹਿੰਦੇ ਨੇ ਜਿਹੜਾ ਪ੍ਰੀਤ ਜਾਗ ਗਈ ਨਾ ਜਿਹਦੇ ਅੰਦਰ, ਤਾਂਗ ਜਾਗ ਗਈ, ਖਿਨ ਰਹਿਣ ਨਾ ਪਾਵੋ ਬਿਨ ਪੱਗ ਪਾਗੇ, ਹੋਏ ਕਿਰਪਾਲ ਪ੍ਰਭ ਮਿਲੇ ਸੁਭਾਗੇ। ਮੇਰੇ ਤੇ ਵਾਹਿਗੁਰੂ ਕਿਰਪਾ ਜੀ ਕਰੋ, ਵਾਹਿਗੁਰੂ ਪਰਮਾਤਮਾ ਜੀ, ਮੈਂ ਤੁਹਾਨੂੰ ਮਿਲਾਂ ਤੇ ਮੇਰੇ ਭਾਗ ਜਾਗ ਜਾਣ। ਸੁਭਾਗੇ ਦਾ ਅਰਥ ਹੁੰਦਾ ਚੰਗੇ ਭਾਗ ਹੋ ਜਾਣ, ਵੀ ਮੇਰਾ ਮਿਲਾਪ ਹੋ ਜਾਏ ਤੁਹਾਡੇ ਨਾਲ। ਫਿਰ ਗੁਰੂ ਜੀ ਨੇ ਚੌਥੇ ਪਦੇ 'ਚ ਇੱਕ ਤਰੀਕਾ ਦੱਸਿਆ ਵੀ ਜੇ ਮਿਲਣਾ ਚਾਹੁੰਦੇ ਇੱਕ ਤਰੀਕਾ ਹੈ। ਉਹ ਤਰੀਕਾ ਕੀ ਹੈ? ਭਇਓ ਕਿਰਪਾਲ ਸਤ ਸੰਗ ਮਿਲਾਇਆ। ਅੱਜ ਜਿੱਥੇ ਤੁਸੀਂ ਬੈਠੇ ਹੋ ਨਾ, ਕਹਿੰਦੇ ਜੇ ਵਾਹਿਗੁਰੂ ਦੀ ਕਿਰਪਾ ਹੋ ਜਾਏ, ਗੁਰੂ ਕਿਰਪਾ ਕਰਦੇ, ਸਤ ਸੰਗਤ ਮਿਲ ਜਾਏ, ਆਹ ਟਿਕਾਣਾ ਹੈ ਰੱਬ ਨੂੰ ਮਿਲਣ ਦਾ। ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੁਕੇ ਕਾਸ਼ਟ ਹਰਿਆ। ਤੇ ਇਹ ਥਾਂ ਹੈ ਜਿੱਥੇ ਆ ਕੇ ਆਪਾਂ ਮਿਲ ਸਕਦੇ ਹਾਂ ਮਾਲਕ ਨੂੰ। ਭਇਓ ਕਿਰਪਾਲ ਸਤ ਸੰਗ ਮਿਲਾਇਆ। ਤੇ ਜਦੋਂ ਇੱਥੇ ਆ ਕੇ ਮਿਲੇ ਨਾ, ਜਿਹੜੀ ਤਪਸ਼ ਲੱਗੀ ਸੀ ਅੰਦਰ, ਜਿਹੜਾ ਅੰਦਰ ਸੜਿਆ ਪਿਆ ਸੀ, ਕਾਇਆ ਆਰਣ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਸੇ ਉੱਪਰ ਮਨ ਜਲਿਆ, ਸੰਨੀ ਚਿੰਤ ਭਈ। ਆ ਜਿਹੜਾ ਅੰਦਰ ਤਪਸ਼ ਸੀ, ਬੂਝੀ ਤਪਤ ਘਰੇ ਪਿਰ ਪਾਇਆ। ਜਦੋਂ ਅੰਦਰ ਉਹ ਤਪਸ਼ ਬੁਝ ਗਈ, ਅੰਦਰ ਟਿਕਾ ਆ ਗਿਆ, ਫਿਰ ਘਰ ਵਿੱਚ ਹੀ ਕੀ ਪਾ ਲਿਆ ਜੀ? ਪਿਰ ਪਾਇਆ। ਮੈਂ ਆਪਣੇ ਮਾਲਕ ਨੂੰ ਪਾ ਲਿਆ। ਫਿਰ ਤਾਂ ਮੈਂ ਕਹਿੰਦਾ ਹੁੰਦਾ, ਨਸ ਵੰਜੋ ਸਭ ਕਿਲ ਵੇਖੋ, ਕਰਤਾ ਘਰ ਆਇਆ। ਮੇਰਾ ਮਾਲਕ ਮੇਰੇ ਘਰੇ ਆ ਗਿਆ। ਮੇਰੇ ਅੰਦਰ ਦੀ ਤਪਸ਼ ਬੁਝ ਗਈ, ਮੇਰੇ ਅੰਦਰ ਤਪਤ ਮਾਹੇ ਠਾਂਡ ਵਰਤਾਈ, ਆਨੰਦ ਭਇਆ ਦੁੱਖ ਨਾਠੇ ਭਾਈ। ਉਹ ਤਪਦੇ ਹਿਰਦੇ ਠੰਡੇ ਹੋ ਗਏ, ਜਿਨ੍ਹਾਂ ਦੇ ਹਿਰਦਿਆਂ ਵਿੱਚ ਆ ਕੇ ਮਾਲਕ ਟਿਕ ਗਿਆ। ਸਗਲ ਸ਼ਿੰਗਾਰ ਹੁਣ ਮੁਝੈ ਸੁਹਾਇਆ। ਦੇਖੋ, ਜਿਹਦਾ ਪਤੀ ਨੇੜੇ ਹੋਵੇ ਨਾ, ਉਹ ਲੱਖਾਂ ਦਾ ਵੀ ਸ਼ਿੰਗਾਰ ਕਰੇ, ਉਹਨੂੰ ਸੋਭਦਾ ਹੈ। ਪਰ ਜਿਹਦਾ ਪਤੀ ਨੇੜੇ ਨਾ ਹੋਵੇ, ਲੱਖਾਂ ਦਾ ਸ਼ਿੰਗਾਰ ਕਰ ਲੈ, ਜਿਹਨੂੰ ਦਿਖਾਉਣਾ ਉਹ ਨੇੜੇ ਨਹੀਂ, ਉਹਦਾ ਲੱਖਾਂ ਦਾ ਕੀਤਾ ਸ਼ਿੰਗਾਰ ਵੀ ਕਿਸੇ ਕੰਮ ਦਾ ਨਹੀਂ। ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ ਨਾ, ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ। ਭਾਵੇਂ ਮੈਂ ਇਹਨੂੰ ਸੌਖਾ ਕਰਦਾ ਹੁੰਦਾ, ਤੁਸੀਂ ਭਾਵੇਂ ਜਿਤਨੀਆਂ ਮਰਜ਼ੀ ਸਹੂਲਤਾਂ ਵਾਲੇ ਘਰਾਂ ਵਿੱਚ ਰਹਿ ਲਓ, ਜਿੰਨੀਆਂ ਮਰਜ਼ੀ ਬਾਹਰੀ ਸਹੂਲਤਾਂ ਤੁਹਾਡੇ ਕੋਲ ਹੋਣ, ਕਿਸੇ ਚੀਜ਼ ਦੀ ਕਮੀ ਨਾ ਹੋਵੇ, ਹਲੇ ਤੱਕ ਤਾਂ ਜਿੰਨੀਆਂ ਸਹੂਲਤਾਂ ਤੱਕ ਬਾਬੇ ਨਾਨਕ ਨੇ ਪਹੁੰਚਾਏ, ਉੱਥੇ ਤਾਂ ਹਲੇ ਪਹੁੰਚੀ ਨਹੀਂ ਆਪਾਂ। ਜੇ ਉੱਥੇ ਤੱਕ ਪਹੁੰਚ ਜਾਏ, ਉੱਥੇ ਤੱਕ ਵੀ ਪਹੁੰਚ ਜਾਵੇ, ਪਰ ਪਿਆਰਿਓ, ਸਾਰਾ ਕੁਝ ਸਾਡੇ ਕੋਲ ਹੋਵੇ, ਪਰ ਜੇ ਸਭ ਕੁਝ ਦੇਣ ਵਾਲਾ ਸਾਡੇ ਕੋਲ ਨਹੀਂ ਨਾ, ਉਹ ਸਹੂਲਤਾਂ ਵੀ ਤੁਹਾਨੂੰ ਸੁੱਖ ਨਹੀਂ ਦੇ ਸਕਦੀ। ਉਹ ਸਹੂਲਤਾਂ ਵੀ ਤੁਹਾਡੀ ਜ਼ਿੰਦਗੀ 'ਚ ਖੇੜਾ ਨਹੀਂ ਭਰ ਸਕਦੀਆਂ। ਇਹ ਲੱਖਾਂ ਦੇ ਕੀਤੇ ਸ਼ਿੰਗਾਰ ਕਿਸੇ ਕੰਮ ਦੇ ਨਹੀਂ, ਜੇ ਪ੍ਰਮਾਤਮਾ ਪਤੀ ਨੇੜੇ ਨਾ ਹੋਵੇ। ਸਤਿਗੁਰੂ ਕਹਿੰਦੇ ਨੇ, ਜਦੋਂ ਮੇਰਾ ਮਾਲਕ ਮੇਰੇ ਹਿਰਦੇ 'ਚ ਆ ਕੇ ਟਿਕ ਗਿਆ ਨਾ,
ਤੇ ਸਗਲ ਸ਼ਿੰਗਾਰ। ਹੁਣ ਜਿੰਨਾ ਸ਼ਿੰਗਾਰ ਸੀ, ਹੁਣ ਮੁਝੇ ਸੁਹਾਇਆ, ਹੁਣ ਮੈਨੂੰ ਚੰਗਾ ਲੱਗਦਾ, ਮੈਨੂੰ ਆਪਣਾ ਘਰ, ਆਪਣੀਆਂ ਸਵਾਰੀਆਂ, ਆਪਣਾ ਸਭ ਕੁਝ ਸੋਹਣਾ ਲੱਗਦਾ ਹੈ, ਕਿਉਂਕਿ ਸਭ ਕੁਝ ਦੇਣ ਵਾਲਾ ਮੇਰੇ ਹਿਰਦੇ ਰੂਪੀ ਘਰ ਵਿੱਚ ਆ ਕੇ ਟਿਕ ਗਿਆ। ਕਹੋ ਨਾਨਕ ਗੁਰ ਭਰਮ ਚੁਕਾਇਆ। ਗੁਰੂ ਨਾਨਕ ਜੀ ਪੰਜਵੇਂ ਜਾਮੇ 'ਚ ਕਹਿੰਦੇ ਨੇ, ਜਦੋਂ ਮੈਂ ਭਟਕਦਾ ਸੀ ਉਦੋਂ ਭਰਮ ਵਿੱਚ ਸੀ, ਜਦੋਂ ਆਲੇ ਦੁਆਲੇ ਦੇ ਦੌੜ ਭੱਜ 'ਚ ਪਿਆ ਸੀ ਵੀ ਰੱਬ ਇੱਧਰ ਹੋਏਗਾ, ਰੱਬ ਇੱਧਰ ਹੋਏਗਾ, ਮੈਂ ਉਦੋਂ ਭਰਮ ਵਿੱਚ ਸੀ। ਪਰ ਗੁਰੂ ਨੇ ਕਿਰਪਾ ਕੀਤੀ, ਮੇਰਾ ਸਾਰਾ ਭਰਮ ਕੱਢ ਕੇ, ਭਰਮ ਕੇ ਪਰਦੇ ਸਗਲੇ ਖੋਲੇ। ਗੁਰੂ ਨੇ ਉਹ ਭਰਮ ਦੇ ਪਰਦੇ ਖੋਲੇ ਤੇ ਮੈਨੂੰ ਸੱਚ ਧਰਮ ਨਾਲ ਜੋੜ ਦਿੱਤਾ, ਕਿਉਂਕਿ ਗੁਰੂ ਭਰਮ ਕੱਟਦਾ। ਪਰ ਮਾਫ ਕਰਿਓ, ਅਸੀਂ ਕਈ ਵਾਰ ਗੁਰੂ ਨਾਲ ਵੀ ਜੁੜੇ ਹਾਂ, ਫਿਰ ਵੀ ਭਰਮ 'ਚ ਹੀ ਪਏ ਰਹਿੰਦੇ। ਮੈਂ ਗੁਰਦੁਆਰਾ ਸੀਸਗੰਜ ਦਿੱਲੀ ਤੋਂ ਕਥਾ ਕਰ ਰਿਹਾ ਸੀ, ਮੈਂ 15 ਮਿੰਟ ਪਹਿਲਾਂ ਪਹੁੰਚ ਗਿਆ, ਜਿਵੇਂ ਇੱਥੇ ਵੀ ਮੈਂ 20 ਮਿੰਟ ਪਹਿਲਾਂ ਹੀ ਆ ਗਿਆ, ਉੱਥੇ ਵੀ ਪਹੁੰਚਿਆ ਤੇ ਮੈਂ ਬੈਠਾ ਸੀ ਥੱਲੇ, ਕਥਾ ਨਹੀਂ ਸੀ ਹਲੇ ਸ਼ੁਰੂਆਤ ਹੋਈ, ਤੇ ਮੈਂ ਦੇਖ ਕੀ ਰਿਹਾ ਸੀ, ਗੁਰੂ ਤੇਗ ਬਹਾਦਰ ਦੇ ਘਰ ਵਿੱਚ ਚੰਗੇ ਚੰਗੇ ਗੁਰਸਿੱਖ ਮੱਥਾ ਟੇਕ ਰਹੇ, ਪਰ ਉਹਨਾਂ ਗੁਰਸਿੱਖਾਂ ਵਿੱਚ ਵੀ ਭਰਮ ਹੈ। ਭਰਮ ਕੀ ਹੈ? ਤੁਸੀਂ ਵੇਖਿਓ ਕਦੇ ਗੁਰੂ ਘਰ ਵਿੱਚ ਆਉਂਦੇ ਹੋਏ ਸੰਗਤ ਦੇ ਗਿੱਟਿਆਂ ਵੱਲ ਵੇਖਿਓ, ਸਭ ਦੇ ਅੱਧਿਆਂ ਦੇ ਕਾਲੇ ਧਾਗੇ ਨੇ, ਅੱਧਿਆਂ ਦੇ ਗੁੱਟਾਂ ਤੇ ਕਾਲੇ ਧਾਗੇ ਨੇ। ਮੈਂ ਇਹਨੂੰ ਕੀ ਕਵਾਂਗਾ ਵੀ ਧਰਮ ਨਾਲ ਤਾਂ ਨਹੀਂ ਜੁੜੇ। ਜੇ ਗੁਰੂ ਤੇ ਭਰੋਸਾ ਹੋਵੇ ਫਿਰ ਇਹੋ ਜਿਹੇ ਦਿਖਾਵਿਆਂ ਵਿੱਚ ਨਹੀਂ ਆਪਾਂ ਪਏ, ਫਿਰ ਗੁਰੂ ਤਾਂ ਭਰਮ ਚੱਕ ਦਿੰਦੇ ਸਾਰੇ। ਗੁਰੂ ਕਹਿੰਦਾ ਵੀ ਭਾਈ ਜੇ ਦੇਣੇ ਤੇ ਇੱਕ ਨੇ ਦੇਣੇ, ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ, ਇੱਕੋ ਹੈ। ਤੇ ਆਪਾਂ ਇੱਕ ਨੂੰ ਛੱਡ ਕੇ ਪਤਾ ਨਹੀਂ ਕਿਹੜੇ ਕਿਹੜੇ ਦਰਾਂ ਤੇ ਜਾ ਕੇ ਝੁਕਦੇ ਆ, ਕਿੱਥੇ ਕਿੱਥੇ ਜਾ ਕੇ ਭਟਕਦੇ ਆ। ਅਸੀਂ ਅਰਦਾਸ ਕਰੀਏ ਵੀ ਸੱਚੇ ਪਾਤਸ਼ਾਹ ਕਿਰਪਾ ਕਰੀ, ਭਟਕਣਾ ਮੁਕਾ ਦਈ, ਆਪ ਤਿਆਗ ਬੇਨਤੀ ਕਰੈ, ਲਿਹੋ ਪ੍ਰਭੂ ਲੜ ਲਾਏ। ਆਪਣੇ ਲੜ ਲਾ ਲਏ। ਭਰਮ ਦੇ ਪਰਦੇ ਸਾਰੇ ਗੁਰੂ ਨੇ ਚੱਕ ਦਿੱਤੇ, ਤੇ ਜਦੋਂ ਭਰਮ ਚੁੱਕਿਆ ਗਿਆ, ਹੁਣ ਕੀ ਬਣਿਆ? ਪਹਿਲੀ ਰਹਾਉ ਦੀ ਪੰਕਤੀ ਸੀ ਵੀ ਮੇਰਾ ਮਨ ਧੀਰਜ ਵਿੱਚ ਨਹੀਂ, ਕਿਵੇਂ ਮਿਲੇ ਮਾਲਕ? ਤੇ ਜਦੋਂ ਗੁਰੂ ਨੇ ਕਿਰਪਾ ਕਰਕੇ ਮਿਲਾ ਦਿੱਤਾ, ਹੁਣ ਜਾਂ ਦੇਖਾਂ ਤਾਂ ਪਿਰ ਹੈ ਭਾਈ। ਹੁਣ ਮੈਂ ਜਿੱਧਰ ਵੇਖਦਾ ਉਸ ਪਾਸੇ ਮੈਨੂੰ ਪ੍ਰਮਾਤਮਾ ਨਜ਼ਰ ਆਉਂਦਾ। ਭਾਈ ਕਨ੍ਹਈਆ ਜੀ ਵਰਗੀ ਅਵਸਥਾ, ਭਗਤ ਨਾਮਦੇਵ ਜੀ ਵਰਗੀ ਅਵਸਥਾ ਉਹਨਾਂ ਪਿਆਰਿਆਂ ਦੀ ਬਣ ਜਾਂਦੀ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋ ਜਾਏ। ਜਾਂ ਦੇਖਾਂ ਤਾਂ ਪਿਰ ਹੈ ਭਾਈ, ਖੋਲਿਓ ਕਪਾਟ ਤਾਂ ਮਨ ਠਹਿਰਾਈ। ਜਦੋਂ ਮੇਰੇ ਭਰਮ ਦੇ ਪਰਦੇ ਗੁਰੂ ਨੇ ਖੋਲ ਦਿੱਤੇ, ਕਵਾੜ ਖੋਲ ਦਿੱਤੇ, ਮੇਰੇ ਮਨ ਵਿੱਚ ਠਹਿਰਿਆ ਉਹ ਪ੍ਰਮਾਤਮਾ ਮੈਨੂੰ ਨਜ਼ਰ ਆ ਗਿਆ। ਹੁਣ ਹਰ ਪਾਸੇ ਉਹ ਮਾਲਕ ਵਸਿਆ ਹੋਇਆ ਮੈਨੂੰ ਨਜ਼ਰ ਆਉਂਦਾ ਹੈ। ਤੇ ਸਾਧ ਸੰਗਤ ਜਦੋਂ ਹਿਰਦਾ ਟਿਕ ਜਾਏਗਾ ਨਾ, ਸੱਚਮੁੱਚ ਗੱਲ ਬਣ ਜਾਏਗੀ। ਗੁਰੂ ਕਲਗੀਆਂ ਵਾਲੇ ਪਾਤਸ਼ਾਹ ਕੋਲ ਸਿੱਖਾਂ ਸ਼ਿਕਾਇਤ ਕੀਤੀ ਸੀ ਵੀ ਸੱਚੇ ਪਾਤਸ਼ਾਹ ਕਿਰਪਾ ਕੀਤੀ ਹੈ, ਤੁਸੀਂ ਸਾਨੂੰ ਸਿੱਖੀ ਦਿੱਤੀ ਹੈ, ਅਸੀਂ ਯੁੱਧ ਲੜਦੇ ਆਂ ਤੇ ਤੁਹਾਡੇ ਸਿੱਖ ਭਾਈ ਕਨ੍ਹਈਆ ਉਹ ਜਿਹੜਿਆਂ ਨੂੰ ਆਪਾਂ ਜ਼ਖਮੀ ਕਰਕੇ ਸੁੱਟਦੇ ਆਂ ਜੰਗ ਦੇ ਮੈਦਾਨ ਵਿੱਚ, ਉਹਨਾਂ ਨੂੰ ਪਾਣੀ ਪੁਕਾਰਦੇ ਨੇ, ਪਾਣੀ ਪਿਲਾਉਂਦੇ, ਦੁਆਰੇ ਖੜਾ ਕਰ ਦਿੰਦਾ। ਕਲਗੀਆਂ ਵਾਲੇ ਪਾਤਸ਼ਾਹ ਨੇ ਭਾਈ ਕਨ੍ਹਈਆ ਜੀ ਨੂੰ ਬੁਲਾਇਆ ਸੀ, ਪੁੱਛਿਆ ਜੀ ਤੁਸੀਂ ਇਸ ਤਰ੍ਹਾਂ ਕਿਉਂ ਕਰਦੇ ਹੋ? ਜਾਣੀ ਜਾਣ ਪਿਤਾ ਨੇ ਪੁੱਛਿਆ, ਤੇ ਭਾਈ ਕਨ੍ਹਈਆ ਜੀ ਨੇ ਹੱਥ ਜੋੜੇ, ਸੱਚੇ ਪਾਤਸ਼ਾਹ ਮਸ਼ਕ ਵੀ ਤੇਰੀ, ਪਾਣੀ ਵੀ ਤੇਰਾ, ਸਿੱਖ ਵੀ ਤੇਰਾ, ਸੇਵਾ ਵੀ ਤੂੰ ਲਾਈ ਹੈ। ਤੇ ਸਤਿਗੁਰੂ ਮੈਂ ਪਾਣੀ ਕਿਸੇ ਬੇਗਾਨੇ ਨੂੰ ਨਹੀਂ ਪਿਲਾਉਂਦਾ, ਮੈਨੂੰ ਸਾਰਿਆਂ 'ਚ ਤੂੰ ਨਜ਼ਰ ਆਉਂਦਾ, ਮੈਂ ਤਾਂ ਪਾਣੀ ਤੈਨੂੰ ਪਿਲਾਉਂਦਾ। ਕਲਗੀਆਂ ਵਾਲੇ ਪਾਤਸ਼ਾਹ ਨੇ ਉੱਠ ਕੇ ਗਲਵਕੜੀ 'ਚ ਲਿਆ ਸੀ, ਤੇ ਭਾਈ ਕਨ੍ਹਈਏ ਨੇ ਹੱਥ ਜੋੜ ਕੇ ਕਿਹਾ, ਸੱਚੇ ਪਾਤਸ਼ਾਹ ਕੰਮ ਦੋਨੋਂ ਹੀ ਸਹੀ ਕਰ ਰਹੇ ਨੇ, ਇਹ ਦੁਸ਼ਮਣਾਂ ਨੂੰ ਮੁਕਾਉਂਦੇ ਨੇ, ਮੈਂ ਪਾਣੀ ਪਿਆ ਕੇ ਅੰਦਰ ਦੀ ਦੁਸ਼ਮਣੀ ਨੂੰ ਮਿਟਾਉਂਦਾ ਪਿਆ, ਮੈਨੂੰ ਕੋਈ ਨਜ਼ਰ ਆਉਂਦਾ ਹੀ ਨਹੀਂ ਬੇਗਾਨਾ, ਸਾਰਿਆਂ 'ਚ ਤੂੰ ਨਜ਼ਰ ਆਉਂਦਾ ਹੈ। ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਮੱਲਮ ਪੱਟੀ ਵੀ ਨਾਲ ਪਕੜਾ ਦਿੱਤੀ, ਕਹਿੰਦੇ ਜਿੱਥੇ ਹੁਣ ਪਾਣੀ ਪਿਲਾਵੇਂ ਉੱਥੇ ਜ਼ਖਮਾਂ ਤੇ ਮੱਲਮ ਪੱਟੀ ਵੀ ਲਾ ਦਿਆ ਕਰ। ਸਾਧ ਸੰਗਤ ਗੱਲ ਕੀ,
गुरु की बाणी, गुरु की सिक्खी, गुरु की संगत सानू इस दुविधा चो, भरम चो कढ़दी है ते सानू समझाउंदी है, ना को बैरी ना ही बेगाना, सगल संग हमको बने आई। तो सतगुरु कहते ने जदों सारे भरम मुक गए, दुविधा मुक गई, हुण तां मेरा हिरदा धीरज विच आ गया। हुण मेरे हिरदे रूपी सेजा ते आके वो मालक आके टिक गया है। वो जोत हुण मैनू सारियां च नज़र आउंदी है। सब मैं जोत, जोत है सोए, तिस दै चानण सब मैं चानण होए। ते पर पता कित्थों चलिया जी? गुर साखी जोत प्रगट होए। गुरु दी सिक्ख्या ने उस जोत नू प्रगट कीता, गुरु दे सिद्धांत ने उस जोत नू प्रगट कीता। प्यारिओ, गुरु ग्रंथ साहिब साडे जीवन नू बहुत वड्डी जाच सिखाउंदे ने। ये वो खजाना है जिहड़ा सतगुरु सानू बख्श के गए ने। रतना रतन पदारथ बहुत सागर भरिया राम, बाणी गुरबाणी लागे तिन हथ चढ़िया राम। जे मालक नू मिलना ते सानू शब्द नू खोजना पएगा, सानू बाणी नाल जुड़ना पएगा। बाणी अथाह समुंदर है, बाणी अथाह खजाना है। ते जिहड़ा इस खजाने नाल जुड़ गया, मन वो भी अमीर हो जाएगा। प्यो दादे का खोल डिठा खजाना, तां मेरा मन भया निधाना। तुसी भी अमीर हो जाओगे, पर खजाने नू खोल डिठा, खोल के वेखना पैना। एवें मत्था टेकिया गल नहीं बन। तुसी आप बाणी पढ़ो, आप बाणी विचारो, आप बाणी अनुसार जीवन जीउण दी अपनी जिंदगी विच गल लेके आओ। ते गुरु रामदास दे ओ बचनां नू हिरदे दा शंगार बनाओ। एक बार सारे पढ़ भी लईए भी गुरु रामदास जी सानू कह के की गए? गुरसिख मीत चलो गुर चाली, गुरसिख मीत चलो गुर चाली, गुरसिख गुरसिख मीत चलो गुर। हे गुरसिख मित्रो, जे चलने ते गुरु दी चाल चलो, गुरु दी चाल चलो। ते जे गुरु दी चाल चलने फिर करना की पैने? जो गुर कहे सोई भल मानो, जो गुर कहे सोई भल मानो, जो गुर कहे सोई भल। जो गुरु कहंदा उन्होंने भला करके मनना शुरू कर दो। जे चलने गुरु की चाल, आ तरीका है भी जो गुरु कहंदा उन्होंने भला करके मनना शुरू कर दिओ। फिर की होएगा? हर हर कथा निराली, हर हर कथा निराली, हर हर कथा, हर हर कथा। फिर थोड़े जीवन की जिहड़ी कथा है, रब्बी प्यार नाल बाणी नाल जुड़ के एक निराली हो जाए, जीवन ही सोहना बन जाना है। प्यारिओ, जिन्ना गुरु दे नेड़े होवोगे उन्ना ही आनंद है। सतगुरु साडे सारियां ते किरपा करन, रहमत करन। इन्नियां को विचारां प्रवान करनियां जी। कोटन कोट धन्नवाद है साहिब श्री गुरु ग्रंथ साहिब जी दा, जिन्हां दी मुबारक गोद विच बैठ विचारां करन दा सुभाग प्राप्त होया। धन्नवाद है समूह संगतां दा, जिन्हां ने बड़ी एकाग्रता दे नाल विचारां नूं सरवण कीता। धन्नवाद है समूह प्रबंधकां दा, क्योंकि बड़े लंबे समय तो बाद मैं अज हाज़री भर रहा ते गुरु ने बड़ी किरपा कीती है कि आपां सारियां दे दर्शन करवाए ने। प्रबंधकां ने उन्हां दा भी धन्नवाद है। शाम दी एक हाज़री है ते सारियां संगतां नूं बेनती है कि आपां इसे तरह हाज़री भर के लाहे प्राप्त करने ने। सारी संगत दा धन्नवाद। रसना करो पवित्र, बुलाओ जी फतेह। वाहिगुरु जी का खालसा, वाहिगुरु जी की फतेह।